ਸੋ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦਿਖਾ ਰਹੇ ਹਾਂਗੇ ਵਿਗਿਆਨ ਭਵਨ ਦੀਆਂ ਤਸਵੀਰਾਂ ਕਿ ਮੀਟਿੰਗ ਤੋਂ ਬਾਅਦ ਜਿਹੜੇ ਕਿਸਾਨ ਆਗੂ ਨੇ ਉਹ ਬਾਹਰ ਆ ਰਹੇ ਨੇ। ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿਸਾਨ ਆਗੂਆਂ ਦੇ ਨਾਲ ਕਿ ਕਿਸ ਤਰ੍ਹਾਂ ਦੀ ਮੀਟਿੰਗ ਰਹੀ। ਅਗਲੀ ਮੀਟਿੰਗ ਕਿਵੇਂ ਰੱਖੀ ਗਈ ਪਹਿਲਾਂ ਤਾਂ 19 ਤਰੀਕ ਨੂੰ 12 ਵਜੇ 19 ਤਰੀਕ ਨੂੰ 12 ਵਜੇ। ਅੱਜ ਖਾਸ ਕੀ ਰਿਹਾ? ਅੱਜ ਕੀ ਖਾਸ ਰਿਹਾ ਇਸ ਮੀਟਿੰਗ ਵਿੱਚ? ਅੱਜ ਖਾਸ ਜੀ ਇੱਕ ਗੱਲ ਰਹੀ ਵੀ ਦੋਨੋਂ ਧਿਰਾਂ ਇਸ ਗੱਲ ਤੇ ਸਹਿਮਤੀ ਹੋ ਗਈਆਂ ਵੀ ਆਪਾਂ ਗੱਲਬਾਤ ਕਰਦੇ ਰਵਾਂਗੇ ਤੇ ਆਪਣੀ ਗੱਲਬਾਤ 'ਚ ਕੋਈ ਸਿੱਟਾ ਨਿਕਲੂਗਾ। ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਸਾਨ ਆਗੂ ਬਾਹਰ ਆ ਰਹੇ ਨੇ। ਲੋਕੋਵਾਲ ਕਿਸਾਨ ਆਗੂ ਦਰਸ਼ਨਪਾਲ ਜੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਸੋ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਰਿਹਾ ਅੱਜ ਦੀ ਮੀਟਿੰਗ ਵਿੱਚ? ਕੀ ਰਿਹਾ? ਕੁਛ ਨਹੀਂ ਰਿਹਾ, ਬੇਸਿੱਟਾ ਰਹੀ ਬਿਲਕੁਲ। ਪਹਿਲੀ ਚਰਚਾ 'ਚ ਜਿਹੜੀ ਆਪਾਂ ਮੰਗ ਕੀਤੀ ਸੀ ਕੋਮੋਸ਼ੇਸ਼ਨ ਐਕਟ ਜਿਹੜਾ ਦੂਜੇ ਨੰਬਰ ਦਾ, ਉਹਦੇ 'ਚ ਪਹਿਲਾ ਜਿਹੜਾ ਐਕਟ 1955 ਵਾਲਾ ਉਹ ਬਹਾਲ ਕੀਤਾ ਜਾਵੇ। ਜਿਹੜੀਆਂ ਸੋਧਾਂ ਕੀਤੀਆਂ ਵਾਪਸ ਲਈਆਂ ਜਾਣ, ਉਹ ਸਰਕਾਰ ਉਹਦੇ 'ਚ ਨਹੀਂ ਮੰਨੀ ਕਿ MSP ਦੇ ਕੋਸ਼ਿਸ਼ ਕੀਤੀ ਚਰਚਾ ਕਰਨ ਦੀ, ਪਰ ਸਰਕਾਰ ਨੇ ਕੀਤੀ ਨਹੀਂ। ਉਹ ਕਹਿੰਦੇ ਪਹਿਲਾਂ ਦੂਜਾ ਨਿਬੇੜ ਲਈਏ। ਅਗਲੀ ਮੀਟਿੰਗ ਕਦੋਂ ਹੋਣ ਦੀ ਗੱਲ ਕੀਤੀ ਗਈ ਸੀ? ਛੋਟੀ ਕਮੇਟੀ ਦੇ ਵਿੱਚ ਕਿਹਨੂੰ ਰੱਖਣ ਦਾ ਜਿਹੜਾ ਕਿ ਪੇਸ਼ਕਸ਼ ਕੀਤੀ ਗਈ? ਨਹੀਂ, ਉਹ ਮੰਨੇ ਹੀ ਨਹੀਂ। ਆਪਾਂ ਉਹਦੇ ਤੇ MSP ਦੀ ਚਰਚਾ ਹੋਈ ਸੀ। ਕੇਂਦਰ ਨੇ ਜੀ ਆਫਰ ਦਿੱਤਾ ਸੀ, ਕਹਿੰਦੇ ਜੀ ਇੱਕ ਕਮੇਟੀ ਬਣਾ ਲੈਣਾ ਜਿਸ 'ਚ ਕਿਸਾਨ ਤੇ ਕੇਂਦਰ ਦੇ ਨੁਮਾਇੰਦੇ ਸ਼ਾਮਲ ਹੋ ਜਾਣਗੇ। ਉਹ ਤਾਂ ਦਿੰਦੇ ਰਹਿੰਦੇ ਆ, ਪਰ ਰੱਦ ਕਰਤੀ ਆਪਾਂ ਨਹੀਂ ਮੰਨੀ। ਅਗਲੀ ਮੀਟਿੰਗ ਕਦੋਂ ਆ? ਅਗਲੀ ਮੀਟਿੰਗ 19 ਤਰੀਕ ਨੂੰ। ਕੀ ਲੱਗਦਾ ਆ ਵੀ ਜਿਹੜਾ ਗੱਲ ਕਹਿੰਦੇ ਨੇ ਕਿ ਗੱਲਬਾਤ ਦੌਰ ਜਾਰੀ ਰਹੇਗਾ, ਇਸ ਗੱਲਬਾਤ ਚੋਂ 9 ਮੀਟਿੰਗਾਂ ਦੇ ਬਾਅਦ ਅਗਲੀ ਗੱਲਬਾਤ 'ਚ ਕੁਝ ਨਿਕਲੂਗਾ ਜ਼ਰੂਰ? ਦੇਖੋ ਜੀ, ਗੱਲਬਾਤ ਦਾ ਦੌਰ ਜਾਰੀ ਰਹੂਗਾ, ਪਰ ਸਰਕਾਰ ਦਾ ਜਿਹੜਾ ਰਵੱਈਆ ਹੈ ਕਿ ਕਿਸਾਨ ਅੰਦੋਲਨ ਖਤਮ ਕਰ ਦਿੱਤਾ ਜਾਵੇ ਔਰ ਬਿੱਲ ਰੱਦ ਨਾ ਕੀਤੇ ਜਾਣ, ਰਿਪੀਲ ਨਾ ਕੀਤੇ ਜਾਣ, ਇਹ ਰਵੱਈਆ। ਅੰਦੋਲਨ ਖਤਮ ਕਰਾਉਣ ਲਈ ਮੀਟਿੰਗਾਂ ਕਰ ਰਹੀ ਸਰਕਾਰ। 26 ਤਰੀਕ ਦੀ ਜੋ ਟਰੈਕਟਰ ਰੈਲੀ ਹੈ ਉਹਨੂੰ ਲੈ ਕੇ ਕੋਈ ਗੱਲਬਾਤ ਹੋਈ? ਨਹੀਂ ਹੋਈ ਉਹਦੇ। ਮੰਤਰੀਆਂ ਦੇ ਤੁਹਾਨੂੰ ਰਵੱਈਏ 'ਚ ਵੀ ਅੱਜ ਫਰਕ ਲੱਗਿਆ ਕਿਉਂਕਿ ਬਹੁਤ ਸਾਰੀਆਂ ਮੀਟਿੰਗਾਂ ਹੋ ਗਈਆਂ ਜੀ। ਨਹੀਂ, ਕੋਈ ਫਰਕ ਨਹੀਂ ਮੰਤਰੀਆਂ ਦੇ ਰਵੱਈਏ 'ਚ। ਮੰਤਰੀਆਂ ਦਾ ਰਵੱਈਆ ਜਿਹੜਾ ਉਹ ਅੱਜ ਪਹਿਲਾਂ ਵਾਲਾ ਹੀ ਹੈ, ਕਦੀ ਨਰਮ ਹੋ ਜਾਂਦਾ, ਕਦੀ ਸਖਤ ਹੋ ਜਾਂਦਾ, ਇਦਾਂ ਹੀ ਚੱਲਦਾ ਰਹਿੰਦਾ ਮੀਟਿੰਗ ਦੇ ਵਿੱਚ। ਆਗੂਆਂ ਦਾ ਇਹੀ ਕਹਿਣਾ ਹੈ ਕਿ ਕੇਂਦਰੀ ਮੰਤਰੀਆਂ ਦੇ ਰਵੱਈਏ 'ਚ ਕੋਈ ਫਰਕ ਨਹੀਂ ਪਿਆ, ਮੰਤਰੀਆਂ ਦਾ ਰਵੱਈਆ ਉਹੀ ਹੈ ਤੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਵਾਰ-ਵਾਰ ਜਿਹੜਾ ਹੈਗਾ ਉਹਨਾਂ ਨੂੰ ਸੋਧ ਦਾ ਪ੍ਰਸਤਾਵ ਦਿੱਤਾ ਜਾਂਦਾ ਹੈ ਕਿ ਸੋਧ ਹੋਵੇ। ਅਸੀਂ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਵੱਡੀ ਖਬਰ ਹੈ ਜੀ ਇਸ ਸਮੇਂ ਦੀ ਵਿਗਿਆਨ ਭਵਨ ਤੋਂ। ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਵਿਗਿਆਨ ਭਵਨ ਦੇ ਵਿੱਚ। ਸੰਯੁਕਤ ਮੋਰਚੇ ਦੇ ਜਿਹੜਾ ਐਲਾਨ ਆ ਉਹਨੂੰ ਤਾਰ ਪੀੜੋ ਕਰ ਰਿਹਾ ਤੇ ਉਹ ਸੰਘਰਸ਼ ਦੇ ਨਾਲ ਠੀਕ ਨਹੀਂ ਕਰ ਰਿਹਾ। ਜੇ ਕੋਈ ਇਸ ਤਰ੍ਹਾਂ ਦੀ ਬਾਤ ਕਰ ਰਿਹਾ, ਅਸੀਂ ਆਪਣੀ ਗੱਲ ਆਪਣਾ ਜਿਹੜਾ ਸੰਘਰਸ਼ ਆ ਜੋ ਵੀ ਸੰਯੁਕਤ ਮੋਰਚੇ ਨੇ ਐਲਾਨ ਕੀਤਾ ਆਪਣਾ 26 ਤਰੀਕ ਨੂੰ ਅੰਦਰ ਜਾ ਕੇ ਮਾਰਚ ਕਰਨ ਦਾ ਜਿਹੜਾ ਟਰੈਕਟਰ ਮਾਰਚ, ਉਹ ਹਰ ਹਾਲਤ 'ਚ ਕਰਾਂਗੇ, ਹਰ ਹਾਲਤ 'ਚ ਕਰਾਂਗੇ। ਕੋਈ ਵੀ ਸਰਕਾਰ ਜ਼ਬਰ ਕਰੇ ਉਹ ਸਵਾਂਗੇ। ਤੋਮਰ ਸਾਹਿਬ ਦਾ ਜਿਹੜਾ ਸੀਗਾ ਦਿਮਾਗ, ਤੋਮਰ ਸਾਹਿਬ ਦਾ ਜਿਹੜਾ ਚਿਹਰਾ, ਤੋਮਰ ਸਾਹਿਬ ਕਿਦਾਂ ਦੇ ਲੱਗ ਰਹੇ ਸੀ? ਪਹਿਲਾਂ ਨਾਲੋਂ ਕੁਝ ਠੀਕ ਲੱਗ ਰਿਹਾ ਸੀ ਥੋੜਾ ਬਹੁਤ, ਜਾਂ ਉਹਨਾਂ ਦੇ ਬਾਡੀ ਲੈਂਗੁਏਜ ਉਦਾਂ ਹੀ ਨਜ਼ਰ ਹੀ ਪੈ ਰਹੀ ਸੀ? ਬਿਲਕੁਲ ਉਹਨਾਂ ਦੀ ਬਾਡੀ ਲੈਂਗੁਏਜ ਉਸੇ ਤਰ੍ਹਾਂ ਦੀ, ਉਹਨਾਂ ਦਾ ਕੋਈ ਮਨ ਨਹੀਂ। ਸਰਕਾਰ ਦਾ ਜੇ ਕੋਈ ਮਨ ਨਹੀਂ, ਕੋਈ ਬਾਤ ਨਹੀਂ ਹੋਈ ਜੀ। ਉਹ ਕਹਿ ਰਿਹਾ ਅਸੀਂ ਗੱਲ ਕਰਨੀ ਨਹੀਂ, ਪਹਿਲਾਂ ਤਿੰਨਾਂ ਕਾਨੂੰਨਾਂ ਦੀ ਸੋਧਾ ਮੰਨ ਲਓ, ਫਿਰ ਅਸੀਂ MSP ਤੇ ਗੱਲ ਕਰਾਂਗੇ। ਕਿਹਾ ਸਰਕਾਰ ਨੇ ਸਾਨੂੰ ਗੱਲਾਂ ਨਾ ਮੰਨਣ ਦੀਆਂ ਗੱਲਾਂ ਹੋ ਰਹੀਆਂ ਨੇ। ਅਦਾਲਤ ਦੀ ਗੱਲ ਜਿਹੜੀ ਹੈਗੀ ਹੈ ਲੋਕਾਂ ਵਿੱਚ ਚੱਲ ਰਹੀ ਹੈ ਵੀ ਅਦਾਲਤ ਦੀ ਗੱਲ ਕਿਉਂ ਨਹੀਂ ਮੰਨ ਰਹੇ? ਕੀ ਕਹਿਣਾ ਚਾਹੁੰਦੇ ਹੋ? ਦੇਖੋ, ਜਿਹੜੀ ਆਪਣੇ ਸੁਪਰੀਮ ਕੋਰਟ ਦੀ ਗੱਲ ਆਈ ਆ ਉਹਦੇ ਤੇ ਅਸੀਂ ਪਹਿਲਾਂ ਨਾ ਮਨਜ਼ੂਰ ਕਰ ਚੁੱਕੇ ਆ, ਅਸੀਂ ਰੱਦ ਕਰ ਚੁੱਕੇ ਆ। ਸਰਕਾਰ ਵੱਲੋਂ ਵੀ ਇਹ ਕਿਹਾ ਗਿਆ ਵੀ ਤੁਸੀਂ ਉਹ ਕਮੇਟੀ ਜੇ ਸਾਹਮਣੇ ਪੇਸ਼ ਹੋਣਾ ਨਹੀਂ ਹੋਣਾ ਨਾ ਹੋ। ਸਰਕਾਰ ਨੇ ਇਹ ਗੱਲ ਕਹੀ, ਉਹਦੇ 2 ਮੈਂਬਰ ਭੱਜ ਚੁੱਕੇ, ਬਾਕੀ 2 ਭੱਜ ਜਾਣਗੇ। ਤਾਂ ਅਸੀਂ ਕਮੇਟੀ ਵੈਸੇ ਨਹੀਂ ਮੰਨੀ, ਕਮੇਟੀ ਰੱਦ ਕੀਤੀ ਹੋਈ ਆ। ਉਹ ਛੋਟੀ ਕਮੇਟੀ ਇੱਕ ਬਣਾਉਣ ਦੀ ਗੱਲ ਕਰ ਰਹੇ, ਉਹ ਵੀ ਰੱਦ ਕਰਤੀ। ਸੋ ਇਹੀ ਗੱਲਾਂ ਚੱਲ ਰਹੀਆਂ ਜੀ। ਕਿਸਾਨ ਆਗੂਆਂ ਦਾ ਇਹੀ ਕਹਿਣਾ ਹੈ ਕਿ ਛੋਟੀ ਕਮੇਟੀ ਬਣਾਉਣ ਦੀ ਜਿਹੜੀ ਹੈਗੀ ਗੱਲ ਕੀਤੀ ਗਈ, ਪਰ ਕਿਸਾਨ ਕਹਿੰਦੇ ਅਸੀਂ ਕੋਈ ਵੀ ਕਮੇਟੀ ਨਹੀਂ ਮੰਨਣੀ। ਸਾਡੀ ਇੱਕੋ ਇੱਕ ਮੰਗ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਵਿਗਿਆਨ ਭਵਨ ਤੋਂ ਵੱਡੀ ਖਬਰ ਆ ਰਹੀ ਹੈ ਜੀ। ਜਿਹੜੀ ਮੀਟਿੰਗ ਹੈਗੀ ਹੈ ਜੋ ਅੱਜ ਹੋਈ ਹੈ ਕਿਸਾਨਾਂ ਤੇ ਕੇਂਦਰ ਦੇ ਵਿਚਕਾਰ, ਉਹ ਬੇਸਿੱਟਾ ਰਹੀ ਉਹ ਮੀਟਿੰਗ। ਕਿਸਾਨਾਂ ਦੇ ਵੱਲੋਂ ਇਹੀ ਕਿਹਾ ਗਿਆ ਸੀ ਕਿ ਖੇਤੀ ਕਾਨੂੰਨ ਨੂੰ ਰੱਦ ਕੀਤਾ ਜਾਵੇ, ਪਰ ਸੋਧਾਂ ਦਾ ਪ੍ਰਸਤਾਵ ਰੱਖਿਆ ਗਿਆ ਜੀ। ਸੋਧਾਂ ਦਾ ਪ੍ਰਸਤਾਵ ਕੇਂਦਰ ਦੇ ਵੱਲੋਂ ਕਿਸਾਨਾਂ ਦੇ ਮੂਹਰੇ ਰੱਖਿਆ ਗਿਆ, ਪਰ ਕਿਸਾਨਾਂ ਨੇ ਕਿਹਾ ਕਿ ਖੇਤੀ ਕਾਨੂੰਨ ਜਿਹੜੇ ਹੈਗੇ ਨੇ ਉਹ ਅਸੀਂ ਰੱਦ ਹੀ ਕਰਵਾਵਾਂਗੇ। ਵਿਗਿਆਨ ਭਵਨ ਤੋਂ ਲਾਈਵ ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਅਸੀਂ ਗੱਲ ਕਰਾਂਗੇ ਜੀ ਕਿਸਾਨ ਆਗੂਆਂ ਦੇ ਨਾਲ, ਗੱਲ ਕਰਨ ਦੀ ਅਸੀਂ ਹੋਰ ਕੋਸ਼ਿਸ਼ ਕਰਾਂਗੇ। ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਵਿਗਿਆਨ ਭਵਨ ਤੋਂ। ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ। ਅੱਜ ਮੀਟਿੰਗ ਸੀ ਜਿਹੜੀ 9ਵੇਂ ਗੇੜ ਦੀ ਮੀਟਿੰਗ, 9ਵੇਂ ਗੇੜ ਦੀ ਮੀਟਿੰਗ ਜਿਹੜੀ ਹੈਗੀ ਉਹ ਬੇਸਿੱਟਾ ਰਹੀ ਹੈ ਤੇ ਅਗਲੀ ਮੀਟਿੰਗ ਜਿਹੜੀ ਹੈਗੀ ਆ 19 ਜਨਵਰੀ ਰੱਖੀ ਗਈ ਹੈ। ਕਿਸਾਨ ਆਗੂ ਨਾਲ
ਮੌਜੂਦ ਨੇ ਜੀ। ਕਿੰਨੇ ਕੇਸ ਕਾਰਜ ਕਰੋ ਉਦੋਂ ਬਾਅਦ ਇੱਕ ਜਿਹੜੀ ਸਰਕਾਰੀ ਖਰੀਦ ਕਹਿੰਦੇ ਫਿਰ ਸਰਕਾਰੀ ਖਰੀਦ ਦਾ ਕਾਨੂੰਨ ਬਣਾ ਦਿੰਦੇ ਆ ਫਿਰ ਤੁਸੀਂ ਉੱਠ ਕੇ ਬਹਿ ਜਾਓ ਬਹਿਸ ਫੇਰ ਕਰ ਲਾਂਗੇ ਅਸੀਂ ਕਿ ਨਹੀਂ ਐਮਐਸਪੀ ਬਾਰੇ ਵੀ ਗੱਲ ਹੋਈ ਅੰਦਰ ਹਾਂਜੀ ਐਮਐਸਪੀ ਆਹੋ ਮੈਂ ਉਹੀ ਗੱਲ ਕਹੀ ਆ ਨਾ ਉਹ ਕਹਿੰਦੇ ਕਿ ਇਹ ਸਰਕਾਰੀ ਖਰੀਦ ਸਾਰੇ ਭਾਰਤ ਚ ਕਰਦੇ ਨੇ ਪਰ ਤਿੰਨੇ ਕਾਨੂੰਨ ਛੱਡ ਕੇ ਚਲੇ ਜਾਓ ਗੱਲ ਹੋਈ ਫਿਰ ਮੰਤਰੀਆਂ ਨੇ ਕੀ ਕਿਹਾ ਜਵਾਬ ਉਹਨਾਂ ਦਾ ਉਹ ਕਹਿੰਦੇ ਜਿੱਥੇ ਸਾਡੀ ਸਰਕਾਰ ਆ ਅਸੀਂ ਕਹਿੰਦੇ ਵੀ ਇਹੋ ਜਿਹਾ ਕੁਝ ਹੋਣਾ ਨਹੀਂ ਚਾਹੀਦਾ ਹਾਂ ਇਹ ਕਿਹਾ ਉਹਨਾਂ ਨੇ ਇਹੀ ਗੱਲ ਠੀਕ ਆ ਬਾਪੂ ਜੀ ਕਿਸ ਤਰ੍ਹਾਂ ਲੱਗਦਾ ਵੀ ਹੁਣ ਰਵੱਈਆ ਕਿਸ ਤਰ੍ਹਾਂ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਕੋਈ ਚੰਗਾ ਸਿੱਟਾ ਨਿਕਲ ਸਕਦਾ ਹੈ? ਰਵੱਈਆ ਤਾਂ ਸਰਕਾਰ ਦਾ ਮੈਂ ਇੱਕ ਗੱਲ ਉਹਦਾ ਕਹੂੰਗਾ ਭੋਲੀ ਹੈ ਜਿਹੜੀ ਬਾਰ-ਬਾਰ ਮੀਟਿੰਗਾਂ ਸਾਦੀ ਹੈ ਪਰ ਮੰਨ ਰਹੀ ਨਹੀਂ ਸਮਝ ਰਿਹਾ ਉਹ ਇਸ ਤਰ੍ਹਾਂ ਕਹਿੰਦੇ ਨੇ ਅਸੀਂ ਕਿਹਾ ਵੀ ਤੁਹਾਡੇ ਤੇ ਤਾਹਾਂ ਤੋਂ ਦਬਾਅ ਹੈ ਉਹਨਾਂ ਨੇ ਮਖੌਲ ਸਾਨੂੰ ਕਹਤਾ ਵੀ ਤੁਹਾਡੇ ਤੇ ਵੀ ਤਾਹਾਂ ਤੋਂ ਕੋਈ ਦਬਾਅ ਹੋਊਗਾ ਤੇ ਤੋਮਰ ਸਾਹਿਬ ਨੇ ਕਿਹਾ ਵੀ ਕਿਸਾਨ ਅੜੀ ਕਰ ਰਿਹਾ ਮੰਨ ਨਹੀਂ ਰਹੇ ਅਸੀਂ ਕਿਹਾ ਵੀ ਸਰਕਾਰ ਅੜੀ ਕਰੀਏ ਉਹ ਤਾਂ ਕਹਿੰਦੀ ਰਹਿੰਦੇ ਦੋਨੇ ਉਧਰੋਂ ਉਧਰ ਹੀ ਤੇ 26 ਜਨਵਰੀ ਵਾਲੇ ਪ੍ਰੋਗਰਾਮ ਦੀ ਅੰਦਰ ਕੋਈ ਗੱਲ ਹੋਈ ਹੈ ਕਿ ਨਹੀਂ ਉਹ ਕੋਈ ਨਹੀਂ ਹੋਈ ਗੱਲ ਕਰੀਏ ਕਿ ਨੋਟਿਸ ਭੇਜ ਰਹੇ ਜਿਹੜੇ ਲੋਕ ਤੁਹਾਡੀ ਮਦਦ ਉਹ ਸਾਰੀ ਗੱਲ ਨੋਟ ਹਮਾਰੇ ਕਰੀਆ ਪੱਤਰਕਾਰਾਂ ਨੂੰ ਭੇਜ ਰਹੇ ਨੇ ਟਰਾਂਸਪੋਰਟਰਾਂ ਨੂੰ ਭੇਜ ਰਹੇ ਨੇ ਉਹ ਗੱਲ ਹੋਈ ਹੈ ਉਹ ਕਹਿੰਦੇ ਵੀ ਜਿੱਥੇ ਜਿੱਥੇ ਸਾਡੀ ਸਰਕਾਰ ਹੈ ਅਸੀਂ ਕਹਾਂਗੇ ਇੰਨੀ ਗੱਲ ਅੱਜ ਕਾਂਗਰਸ ਦੇ ਜਿਹੜੇ ਸਾਂਸਦ ਆ ਉਹਨਾਂ ਨੂੰ ਵੀ ਉੱਥੋਂ ਗ੍ਰਿਫਤਾਰ ਕੀਤਾ ਗਿਆ ਜਿੱਥੇ ਉਹ ਧਰਨਾ ਪ੍ਰਦਰਸ਼ਨ ਕਰ ਰਹੇ ਸੀਗੇ ਨਹੀਂ ਉਹ ਗੱਲ ਸਾਡੇ ਅਸੀਂ ਨਹੀਂ ਚਲਾਈ ਨਾ ਸਾਨੂੰ ਪਤਾ ਜੀ ਉਹਦੇ ਬਾਰੇ ਸਾਨੂੰ ਨਹੀਂ ਪਤਾ ਨਾ ਐਫਸੀਆਈ ਬਾਰੇ ਦੱਸੋ ਪਿਊਸ਼ ਗੋਇਲ ਨੇ ਕੀ ਕਿਹਾ ਕਿ ਐਫਸੀਆਈ ਅਸੀਂ ਉਹ ਜਦੋਂ ਕਹਿ ਦਿਓ ਉਹਨੇ ਉਹ ਅਸੀਂ ਕਿਹਾ ਵੀ ਉਹਦੇ ਕਾਰੇ ਕਰੋ ਕਿਵੇਂ ਕਰੋ ਉਹਨੇ ਸਾਰਾ ਚਿੱਠਾ ਖੋਲ ਲਿਆ ਵੀ ਆਹ ਫਾਇਦਾ ਅਸੀਂ ਆਖਿਆ ਫਾਇਦੇ ਨਹੀਂ ਪੁੱਛਣੇ ਦੂਜਾ ਸਾਰਾ ਕੁਝ ਕੱਢ ਲਓ ਜਿਹੜਾ ਇਹ 'ਚ ਪੁਰਾਣਾ ਹੈ 1955 ਵਾਲਾ ਕੀ ਉਹ 50 ਵਾਲਾ ਕਾਨੂੰਨ ਹੈ ਉਹ ਰੱਖ ਲਓ ਉਹ ਨਵੀਆਂ ਸੁਣਾਉਣ ਲੱਗਾ ਉਹ ਗੱਲ ਵਿਚਾਲੀ ਰਹਿ ਗਈ ਇਹੀ ਗੱਲ ਹੋਣੀ ਰੁਲਦੂ ਸਿੰਘ ਜੀ ਐਮਐਸਪੀ ਨੂੰ ਲੈ ਕੇ ਸੋ ਇਹ ਸਾਂਝੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਜਿਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਦੇ ਜਿਹੜੇ ਰਵੱਈਏ ਦੇ ਵਿੱਚ ਕੋਈ ਫਰਕ ਨਹੀਂ ਪਿਆ ਸੀ। ਕੋਸ਼ਿਸ਼ ਕਰਾਂਗੇ ਜੀ ਹੋਰ ਤਸਵੀਰਾਂ ਤੁਹਾਨੂੰ ਕਿਸਾਨ ਆਗੂਆਂ ਦੀਆਂ ਦਿਖਾਉਣ ਦੀ ਅਸੀਂ ਤੁਹਾਨੂੰ ਕੋਸ਼ਿਸ਼ ਕਰਾਂਗੇ। ਸੋ ਇਸ ਸਮੇਂ ਵਿਗਿਆਨ ਭਵਨ ਤੋਂ ਅਸੀਂ ਲਾਈਵ ਹਾਂ ਜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਮੀਟਿੰਗ ਹੈਗੀ ਆ ਉਹ ਖਤਮ ਹੋ ਚੁੱਕੀ ਹੈ। ਮੀਟਿੰਗ ਜਿਹੜੀ 9ਵੇਂ ਗੇੜ ਦੀ ਮੀਟਿੰਗ ਹੈ ਉਹ ਖਤਮ ਹੋ ਚੁੱਕੀ ਹੈ ਤੇ 19 ਜਨਵਰੀ ਜਿਹੜੀ ਹੈਗੀ ਉਹ ਡੇਟ ਅਗਲੀ ਰੱਖੀ ਗਈ ਹੈ। 19 ਜਨਵਰੀ 12 ਵਜੇ ਦੁਬਾਰਾ ਕੇਂਦਰ ਤੇ ਕਿਸਾਨਾਂ ਦੇ ਵਿਚਕਾਰ ਮੀਟਿੰਗ ਹੋਣੀ ਹੈ। ਐਮਐਸਪੀ ਨੂੰ ਲੈ ਕੇ ਦੇਖੋ ਪਿਛਲੀ ਮੀਟਿੰਗ ਜਾਂ ਪਿਛਲੀ ਤੋਂ ਪਿਛਲੀ ਮੀਟਿੰਗ 'ਚ ਕੁਝ ਗੱਲ ਹੋਈ ਸੀ ਸਰਕਾਰ ਨਾਲ ਲੇਕਿਨ ਇਸ ਵਾਰ ਸਰਕਾਰ ਨੇ ਇੱਕਦਮ ਖਚਰੀ ਚੁੱਪ ਧਾਰ ਲਈ ਕਿ ਐਮਐਸਪੀ ਨੂੰ ਆਪਾਂ ਬਾਅਦ 'ਚ ਗੱਲ ਕਰਾਂਗੇ ਐਮਐਸਪੀ ਤੇ ਪਹਿਲਾਂ 3 ਕਾਨੂੰਨਾਂ ਦੀ ਗੱਲ ਹੋ ਜੇ। ਅਸੀਂ ਕਿਹਾ ਵੀ ਨਹੀਂ 3 ਕਾਨੂੰਨਾਂ ਦੀ ਗੱਲ ਅਗਰ ਆਪਣੀ ਨਹੀਂ ਨੇੜੇ ਲੱਗ ਰਹੀ ਤਾਂ ਐਮਐਸਪੀ ਤੇ ਗੱਲ ਕਰ ਲਈਏ ਤਾਂ ਲੇਕਿਨ ਐਮਐਸਪੀ ਤੇ ਉਹਨਾਂ ਨੇ ਗੱਲ ਨਹੀਂ ਕੀਤੀ। 3 ਕਾਨੂੰਨਾਂ ਵਿੱਚੋਂ ਵੀ ਅੱਜ ਐਸੈਂਸ਼ੀਅਲ ਕਮੋਡਿਟੀ ਐਕਟ ਤੇ ਜ਼ਿਆਦਾ ਗੱਲਬਾਤ ਹੋਈ ਹੈ। ਸਾਡੀ ਡਿਮਾਂਡ ਇਹ ਸੀ ਕਿ 3 ਜਿਹੜੇ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਜਿਹੜੇ 2 ਸੋਧਾਂ ਤੁਸੀਂ ਕੀਤੀਆਂ ਨੇ ਉਹਨਾਂ ਨੂੰ ਵਾਪਸ ਲੈ ਲਓ ਤੇ ਉਹ ਵਾਪਸ ਲੈ ਕੇ ਉਹ ਕਾਨੂੰਨ ਜਿਹੜਾ ਪਹਿਲੇ ਵਾਲਾ ਹੀ ਰਹਿਣ ਦਿਓ 1955 ਵਾਲਾ। ਪਰ ਲੇਕਿਨ ਸਰਕਾਰ ਸਾਨੂੰ ਫਿਰ ਲੱਗਿਆ ਸੀ ਕਿ ਲੰਚ ਤੋਂ ਬਾਅਦ ਸ਼ਾਇਦ ਸਰਕਾਰ ਕੁਝ ਆਲਟਰਨੇਟਿਵ ਪ੍ਰਪੋਜ਼ਲ ਨਾਲ ਆਵੇ ਐਸੈਂਸ਼ੀਅਲ ਕਮੋਡਿਟੀ ਐਕਟ ਤੇ ਲੇਕਿਨ ਸਰਕਾਰ ਨੇ ਫਿਰ ਚੁੱਪ ਵੱਟ ਲਈ ਉਹਦੇ ਐਸੈਂਸ਼ੀਅਲ ਕਮੋਡਿਟੀ ਐਕਟ। ਪਰ ਜਿਹੜਾ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਮੋਡਿਟੀ ਐਕਟ ਦੇ ਵਿੱਚ ਜਿਹੜੀ ਜਮਾਖੋਰੀ ਦਾ ਪ੍ਰਾਵਧਾਨ ਸੀ ਉਹਦੇ ਤੇ ਸਰਕਾਰ ਮੰਨੀ ਹੈ ਕਿ ਉਹ ਗਲਤ ਹੈ? ਉਹਦੇ ਤੇ ਨਹੀਂ ਗਲਤ ਨਹੀਂ ਹੈ। ਉਹ ਕਹਿੰਦੇ ਅਸੀਂ ਕੋਈ ਬਹੁਤੀ ਤਬਦੀਲੀ ਨਹੀਂ ਕੀਤੀ ਇਹਦੇ ਤੇ ਅਸੀਂ ਆਪਣੇ ਵੱਲੋਂ ਆਰਗੂਮੈਂਟ ਸਾਡੇ ਸਪੀਕਰਾਂ ਨੇ ਰੱਖੇ ਸੀ ਕਿ ਇਹ ਤੁਹਾਡੀ ਜਮਾਖੋਰੀ ਨੂੰ ਵਧਾਊਗੀ। ਇਹ ਵੱਡੇ ਜਿਹੜੇ ਘਰਾਣੇ ਨੇ ਉਹਨਾਂ ਨੂੰ ਵੱਧ ਲੀਵਰੇਜ ਦਿੰਦਾ ਹੈ ਤੁਹਾਡਾ ਜਿਹੜਾ ਸੋਧਾਂ ਕੀਤੀਆਂ ਨੇ ਲੇਕਿਨ ਉਹਨਾਂ ਦਾ ਇਹ ਸੀ ਨਹੀਂ ਐਡਾ ਨਹੀਂ ਪਰ ਸਾਡਾ ਇਹ ਸੀ ਫਿਰ ਇਹਨੂੰ ਕੱਢ ਦਿਓ ਤੁਸੀਂ ਕਿਉਂ ਨਵੀਆਂ ਚੀਜ਼ਾਂ ਪਾਈਆਂ ਕਿਉਂ ਨਹੀਂ। ਕਿਹਾ ਜਾ ਰਿਹਾ ਕਿ ਸੁਪਰੀਮ ਕੋਰਟ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਆ ਉਹਦੇ ਵਿੱਚ ਜਿਹੜੇ 4 ਮੈਂਬਰੀ ਸੀ ਉਹਨਾਂ ਨੂੰ ਲੈ ਕੇ ਹਾਲਾਂਕਿ ਕ੍ਰਿਸ਼ੀ ਮੰਤਰੀ ਤੋਮਰ ਕਹਿ ਰਹੇ ਨੇ ਕਿ ਰੀਅਪੀਲ ਤਾਂ ਆਪੇ ਹੀ ਹੋ ਜਾਣਗੇ ਇਸ ਤਰੀਕੇ ਦੀ ਗੱਲ ਸਾਹਮਣੇ ਆ ਰਹੀ ਹੈ। ਨਹੀਂ ਰਿਪੀਲ ਨਹੀਂ ਹੋਏ ਉਹ ਫॉर ਦਾ ਟਾਈਮ ਬਿੰਗ ਸੁਪਰੀਮ ਕੋਰਟ ਨੇ ਉਹਨਾਂ ਦੀ ਇੰਪਲੀਮੈਂਟੇਸ਼ਨ ਰੋਕੀ ਆ ਉਹ ਰਿਪੀਲ ਰਿਪੂਲ ਨਹੀਂ ਹੋਏ। ਉਹ ਐਂ ਕਹਿ ਲਓ ਵੀ ਉਹ ਇਨਕੰਟੈਂਟ ਪਏ ਨੇ ਕਾਨੂੰਨ ਫੋਰਮ ਦੇ ਵਿੱਚ ਕੁਝ ਦੇਰ ਲਈ ਉਹ ਰੁਕੇ ਹੋਏ ਨੇ ਉਹਨੂੰ ਰਿਪੀਲ ਕਹਿਣਾ ਗਲਤ ਗੱਲ ਆ। ਸੋ ਇਸ ਕਰਕੇ ਜਿਹੜੀ ਉੱਥੇ ਕਮੇਟੀ ਬਣੀ ਹੈ ਜਿਹੜੀ ਤੁਸੀਂ ਪੁੱਛ ਰਹੇ ਹੋ ਕਮੇਟੀ ਦੇ ਬਾਰੇ ਸਾਡਾ ਹੈ ਕਿ ਅਸੀਂ ਉਹ ਕਮੇਟੀ ਨੂੰ ਮਾਨਤਾ ਨਹੀਂ ਦਿੰਦੇ ਤੇ ਅਸੀਂ ਉਸ ਕਮੇਟੀ ਦੇ ਅੱਗੇ ਅਪੀਲ ਨਹੀਂ ਹੋਵਾਂਗੇ। ਅਗਲੀ ਰਣਨੀਤੀ ਕੀ ਰਹੇਗੀ ਕਿਸਾਨਾਂ ਅਗਲੀ ਰਣਨੀਤੀ ਜੋ ਸਾਡੇ ਪ੍ਰੋਗਰਾਮ ਲਿਖੇ ਹੋਏ ਨੇ ਉਹਨਾਂ ਨੂੰ ਲਾਗੂ ਕਰਨਾ ਤੇ 26 ਜਨਵਰੀ ਦੇ ਪ੍ਰੋਗਰਾਮ ਨੂੰ 26 ਜਨਵਰੀ ਦੇ ਪ੍ਰੋਗਰਾਮ ਨੂੰ ਅਸੀਂ ਪੂਰੀ ਤਰ੍ਹਾਂ ਇੱਕ ਸ਼ਾਂਤਮਈ ਤਰੀਕੇ ਦੇ ਨਾਲ ਸਰਕਾਰ ਦਾ ਜਿਹੜਾ ਆਫੀਸ਼ੀਅਲ ਪਰੇਡ ਹੈ ਉਹ 'ਚ ਕੋਈ ਡਿਸਟਰਬੈਂਸ ਨਹੀਂ ਕਰਾਂਗੇ ਤੇ ਆਪਣਾ ਕੋਈ ਵੱਖਰਾ ਰੂਟ ਲੈ ਕੇ ਅਸੀਂ ਉੱਤੇ ਪਰੇਡ ਕਰਾਂਗੇ। ਕਿਹੜੀ ਤੇ ਕਰਾਂਗੇ ਅਸੀਂ ਪਰਸੋਂ ਨੂੰ 17 ਤਰੀਕ ਨੂੰ ਡਿਟੇਲ 'ਚ ਡਿਸਕਸ ਕਰਕੇ ਉਹਦਾ ਐਲਾਨ ਕਰਾਂਗੇ ਤੇ ਫਾਈਨਲੀ ਜਿਹੜਾ ਸਰਕਾਰ ਵੱਲੋਂ 26 ਜਨਵਰੀ ਦਾ ਜਿਹੜਾ ਪ੍ਰੋਗਰਾਮ
ਸੋ ਇਹ ਸਾਂਝੀ ਕਿਸਾਨ ਆਗੂ ਦਰਸ਼ਨਪਾਲ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਕਿਸਾਨੀ ਅੰਦੋਲਨ ਉਹਨਾਂ ਦਾ ਉਸੇ ਤਰ੍ਹਾਂ ਜਾਰੀ ਰਹੇਗਾ। ਸੋ ਅੱਜ ਮੀਟਿੰਗ ਸੀ ਜਿਹੜੀ ਉਹ ਜੀ ਬੇਸਿੱਟਾ ਨਿਕਲੀ। ਅੱਜ 9ਵੇਂ ਗੇੜ ਦੀ ਮੀਟਿੰਗ ਸੀਗੀ ਖੇਤੀ ਕਾਨੂੰਨਾਂ ਦੇ ਸੰਬੰਧੀ ਕੇਂਦਰ ਅਤੇ ਕਿਸਾਨਾਂ ਦੇ ਵਿੱਚ, ਜੋ ਕਿ ਬੇਸਿੱਟਾ ਨਿਕਲੀ ਹੈ। ਅਗਲੀ ਜਿਹੜੀ ਡੇਟ ਦਿੱਤੀ ਹੈ ਉਹ ਕੇਂਦਰ ਦੇ ਵੱਲੋਂ 19 ਜਨਵਰੀ ਦਿੱਤੀ ਹੋਈ ਹੈ। 19 ਜਨਵਰੀ 12 ਵਜੇ ਜਿਹੜੀ ਹੈਗੀ ਹੈ ਦੁਬਾਰਾ ਕਿਸਾਨ ਆਗੂ ਅਤੇ ਕੇਂਦਰੀ ਮੰਤਰੀਆਂ ਦੇ ਵਿਚਕਾਰ ਮੀਟਿੰਗ ਹੋਏਗੀ ਤੇ ਅੱਜ ਜਿਹੜੀ ਮੀਟਿੰਗ ਹੈਗੀ ਉਹ ਬੇਸਿੱਟਾ ਨਿਕਲੀ ਹੈ। ਕਿਸਾਨ ਆਗੂ ਬਹੁਤ ਸਾਰੇ ਮੌਜੂਦ ਨੇ ਜੀ। ਵਿਗਿਆਨ ਭਵਨ ਦੇ ਬਾਹਰ ਅਸੀਂ ਮੌਜੂਦ ਹਾਂ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸਾਨ ਆਗੂਆਂ ਦੇ ਨਾਲ। ਕਿਸਾਨ ਆਗੂ ਲੱਖੋਵਾਲ ਜੀ ਸਾਡੇ ਨਾਲ ਮੌਜੂਦ ਨੇ। ਸਰ, ਕਿੱਦਾਂ ਦੀ ਰਹੀ ਹੈ ਮੀਟਿੰਗ? ਮੀਟਿੰਗ ਬਹੁਤੀ ਤਸੱਲੀ ਨਹੀਂ ਹੋਈ, ਬੇਸਿੱਟਾ ਹੀ ਕਹਿ ਲਓ ਰਹੀ ਆ। ਉਹੀ ਪੁਰਾਣੀਆਂ ਗੱਲਾਂ, ਉਹੀ ਤਰੀਕ ਤੇ ਤਰੀਕ, ਉਹੀ ਸਭ ਕੁਝ ਹੋਇਆ। ਤੇ ਚਲੋ ਅਸੀਂ ਪਹਿਲਾਂ ਤਾਂ ਇਹੀ ਕਿਹਾ ਵੀ ਜਿਹੜੇ ਸਾਡੇ ਤੇ ਤੁਸੀਂ ਪਰਚੇ ਦਰਜ ਕਰਦੇ ਹੋ, ਅਸੀਂ ਇਹ ਗਿਲਾ ਕੀਤਾ ਵੀ 800-900 ਪਰਚਾ ਹਰਿਆਣੇ 'ਚ ਕਰਤਾ, ਉਹ ਵਾਪਸ ਲੈ ਲਓ। NIA ਵੱਲੋਂ ਸਾਨੂੰ ਧਮਕੀਆਂ ਮਿਲ ਰਹੀਆਂ ਨੇ। ਜਿਹੜੇ ਟਰਾਂਸਪੋਰਟਰ ਸਾਨੂੰ ਇੱਥੇ ਲੈ ਕੇ ਆ ਰਹੇ ਆ ਜਾਂ ਮਦਦ ਕਰ ਰਹੇ ਆ ਅੰਦੋਲਨ ਦੀ, ਉਹਨਾਂ ਨੂੰ NIA ਬੁਲਾ ਕੇ, ਜਿਵੇਂ ਇੱਕ ਕਲਾਕਾਰ ਸੀ ਉਹਨੂੰ ਵੀ ਅੰਦਰ ਕੀਤਾ ਇਹਨਾਂ ਦੇ, ਉਹਨਾਂ ਦੀ ਜ਼ਮਾਨਤ ਵੀ ਹੋਈ ਆ ਬਰਾੜ ਦੀ। ਇਸ ਤਰ੍ਹਾਂ ਜਿਹੜਾ ਕੋਈ ਸਾਨੂੰ ਸਹਾਇਤਾ ਕਰਦਾ, ਜਿਹੜੇ ਸ਼ਹੀਦਾਂ ਨੂੰ ਪੈਸੇ ਦਿੰਦਾ, ਉਹਨਾਂ ਨੂੰ ਬੁਲਾ ਕੇ ਪੁੱਛਗਿੱਛ ਕਰਦੇ ਹੋ। ਉਹਦੇ ਲਈ ਉਹਨਾਂ ਨੇ ਕਹਿਤਾ ਵੀ ਅਸੀਂ ਜਵਾਬ ਦੇ ਆ, ਅਸੀਂ ਪੁੱਛ ਕੇ ਤੁਹਾਨੂੰ ਇਹਦਾ ਵੀ ਜਵਾਬ ਦੇਵਾਂਗੇ। ਦੂਸਰੀ ਫਿਰ ਇਹ ਗੱਲ ਸੀਗੀ ਵੀ ਕਾਨੂੰਨਾਂ ਤੇ ਗੱਲ ਫਿਰ ਆ ਗਈ। ਉਹ ਸਾਨੂੰ ਫਿਰ ਕਾਨੂੰਨ ਸਮਝਾਉਣ ਲੱਗ ਗਏ ਵੀ ਆਹ ਕਾਨੂੰਨ ਚੰਗਾ। ਪਿਊਸ਼ ਗੋਇਲ ਜੀ ਬੋਲੇ ਅੱਜ, ਤੇ ਕਮਿਊਨਿਟੀ ਜਿਹੜਾ ਸਾਡਾ ਜਿਹੜਾ ਕਾਨੂੰਨ ਆ ਉਹ ਬੜਾ ਵਧੀਆ। ਇਹਦੇ 'ਚ ਇਸ ਤਰ੍ਹਾਂ 55 ਦਾ ਕਾਨੂੰਨ ਬਣਿਆ ਹੋਇਆ, ਇਹਨੂੰ ਚੇਂਜ ਕਰਦੇ ਆ। ਪਰ ਅਸੀਂ ਕਿਹਾ ਨਹੀਂ, ਅਸੀਂ ਇਹ ਨਹੀਂ ਮੰਨਦੇ, ਕਿਉਂਕਿ ਤੁਹਾਡੇ ਜੇ ਕਾਨੂੰਨ ਚੰਗੇ ਹੁੰਦੇ ਲੋਕ ਰੌਲਾ ਕਿਉਂ ਪਾਉਂਦੇ? 10-15 ਸਾਲ ਬਾਅਦ ਤਾਂ ਕੋਈ ਕਾਨੂੰਨ ਚੇਂਜ ਹੋ ਜਾਂਦਾ ਵੀ ਉਹ ਪੁਰਾਣਾ ਹੋ ਗਿਆ, ਮਾੜਾ ਹੋ ਗਿਆ। ਤੁਹਾਡੇ ਤਾਂ ਕਾਨੂੰਨ ਬਣਿਆ ਤੇ ਲੋਕਾਂ ਨੇ ਪਹਿਲਾਂ ਰੌਲਾ ਪਾ ਲਿਆ, ਇਸ ਲਈ ਤੁਹਾਡੇ ਕਾਨੂੰਨ ਮਾੜੇ ਆ, ਇਹਨਾਂ ਨੂੰ ਵਾਪਸ ਲੈ ਲਓ। ਉਹ ਗੱਲ ਤੇ ਅਜੇ ਉਹ ਆਏ ਨਹੀਂ। ਫਿਰ ਅਸੀਂ ਕਿਹਾ ਵੀ ਚਲੋ ਗੱਲ ਕਿਉਂ ਤੋੜਨੀ ਆ, ਵੀ MSP ਵੀ ਇੱਕ ਸਾਡਾ ਵਿਸ਼ਾ, ਕਿਉਂਕਿ 2 ਕਾਨੂੰਨ ਅੱਗੇ ਅਸੀਂ ਬਿਜਲੀ ਦਾ ਤੇ ਪਰਾਲੀ ਦਾ ਵਾਪਸ ਕਰਵਾਏ ਆ, ਮਨਾਏ ਆ ਇੱਕ ਕਿਸਮ ਦੇ, ਵੀ ਚਲੋ MSP ਤੇ ਗੱਲ ਕਰ ਲੈਂਦੇ ਆ, ਗੱਲ ਕਰਨ ਆਏ ਹੋਏ ਆ। ਪਰ ਉਹ ਸਰਕਾਰ ਤਿਆਰ ਨਹੀਂ ਹੋਈ MSP ਤੇ ਸਾਡੇ ਨਾਲ ਗੱਲ ਕਰਨ ਲਈ। ਉਹਨਾਂ ਨੇ ਕਿਹਾ ਵੀ ਇੱਕ ਛੋਟੀ ਕਮੇਟੀ ਬਣਾ ਲਓ, ਛੋਟੀ ਕਮੇਟੀ 8 ਮੈਂਬਰੀ ਤੁਸੀਂ ਬਣਾ ਲਓ, ਕੁਛ ਅਸੀਂ ਆ ਜਾਂਦੇ ਆ। ਉਹਦੇ 'ਚ ਸਾਡੀ ਜਥੇਬੰਦੀਆਂ ਤਿਆਰ ਨਹੀਂ ਹੋਈਆਂ ਵੀ ਕੋਈ ਛੋਟੀ ਕਮੇਟੀ ਨਹੀਂ ਬਣਾਈ ਜਾਊ। ਇਸ ਲਈ ਫਿਰ 19 ਤਰੀਕ ਦੀ ਦੁਬਾਰਾ ਜਿਹੜੀ ਮੀਟਿੰਗ ਫਿਕਸ ਹੋਈ ਆ, 12 ਵਜੇ ਅਸੀਂ 19 ਤਰੀਕ ਨੂੰ ਮੀਟਿੰਗ ਕਰਾਂਗੇ। ਕੇਂਦਰ ਨੇ ਅੱਜ ਫਿਰ ਕਿਹਾ ਜੀ, ਕਹਿੰਦੇ ਕਿਸਾਨ ਸਾਨੂੰ ਅੜੀਲ ਕਹਿੰਦੇ ਨੇ, ਪਰ ਉਹ ਆਪ ਵੀ ਅੜੀਲ ਨੇ ਕਿਉਂਕਿ ਉਹ ਵੀ ਥੋੜਾ ਟਸ ਤੋਂ ਮਸ ਨਹੀਂ ਹੋ ਰਹੇ। ਨਹੀਂ, ਜਿਹੜਾ ਇਹ ਤਾਂ ਕਾਨੂੰਨਾਂ ਦੀ ਤਾਂ ਵੱਡੀ ਗੱਲ ਹੈ। ਕਾਨੂੰਨਾਂ ਪਿੱਛੇ ਤਾਂ ਕੋਈ ਸਮਝੌਤਾ ਨਹੀਂ, ਨਾ ਅਸੀਂ ਸਮਝੌਤਾ ਕਰਾਂਗੇ, ਕਿਉਂਕਿ ਮਾਰੂ ਕਾਨੂੰਨ ਨੇ। ਇਹ ਖਪਤਕਾਰ, ਇਹਦੇ ਨਾਲ ਇਕੱਲਾ ਕਿਸਾਨ ਨਹੀਂ ਮਰਨਾ, ਇਹਦੇ ਨਾਲ ਦੁਕਾਨਦਾਰ, ਮਜ਼ਦੂਰ, ਹਰ ਇੱਕ ਬੰਦਾ ਮਰ ਜਾਣਾ। ਇਹ ਤਾਂ ਕਾਰਪੋਰੇਟ ਘਰਾਣਿਆਂ ਨੂੰ, ਥੋੜੇ ਘਰਾਣਿਆਂ ਨੂੰ ਫਾਇਦਾ ਦੇਣ ਲਈ ਬਣੇ ਹੋਏ, ਟ੍ਰੇਡ ਨੂੰ ਫਾਇਦਾ ਦੇਣ ਲਈ ਬਣੇ ਆ, ਕਿਸਾਨਾਂ ਦੇ ਫਾਇਦੇ ਲਈ ਨਹੀਂ ਬਣੇ। ਇਸ ਲਈ ਅਸੀਂ ਤਾਂ ਅੜੀ ਹੋਈ ਆ ਵੀ ਅੜੀ ਆ ਸਾਡੀ ਪੂਰੀ, ਵੀ ਇਹਨਾਂ ਨੂੰ ਵਾਪਸ ਕਰਾ ਕੇ ਹੀ ਜਾਵਾਂਗੇ। ਹੁਣ ਕੀ ਅਗਲੀ ਰਣਨੀਤੀ ਕੀ ਰਹੇਗੀ ਜੀ? ਅਗਲੀ ਕੋਈ ਗੱਲ ਨਹੀਂ, ਅਸੀਂ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ, ਹੋਰ ਸੂਬਿਆਂ ਦੇ ਵਿੱਚ ਪਹੁੰਚਾਵਾਂਗੇ। ਹੋਰ ਸੂਬਿਆਂ ਤੋਂ ਕਿਸਾਨ ਸਾਡੇ ਕੋਲ ਆ ਰਹੇ ਨੇ ਤੇ 18 ਤਰੀਕ ਨੂੰ ਅਸੀਂ ਜਿਹੜਾ ਮਹਿਲਾ ਦਿਵਸ ਉਹ ਮਨਾਵਾਂਗੇ। 19 ਨੂੰ ਮੀਟਿੰਗ ਕਰਾਂਗੇ, 20 ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਹੈਗਾ ਉਹ ਮਨਾਵਾਂਗੇ। ਉਸ ਤੋਂ ਬਾਅਦ 26 ਨੂੰ ਫਿਰ ਅਸੀਂ ਜਿਹੜੀ ਟਰੈਕਟਰ ਰੈਲੀ ਦਾ ਦਿੱਤਾ ਹੋਇਆ ਉਹ ਅਸੀਂ ਮੀਟਿੰਗ ਕਰਾਂਗੇ। ਉਹ ਵੀ ਕਿਵੇਂ ਕਰਨੀ ਆ, ਕਿਵੇਂ ਗਣਤੰਤਰ ਦਿਵਸ 'ਚ ਹਿੱਸਾ ਲੈਣਾ, ਉਹ ਅਸੀਂ ਮੀਟਿੰਗ ਤੋਂ ਬਾਅਦ ਤੁਹਾਨੂੰ ਦੱਸਾਂਗੇ। ਕੇਂਦਰ ਇਹ ਵੀ ਕਹਿ ਰਹੀ ਹੈ ਕਿ ਹੁਣ ਅਸੀਂ 2 ਕਦਮ ਅੱਗੇ ਅਸੀਂ ਆਏ ਹਾਂ ਤਾਂ ਕਿਸਾਨ ਵੀ 2 ਕਦਮ ਆਪਣਾ ਅੱਗੇ ਵਧਾਉਣ। ਨਹੀਂ, ਅਸੀਂ ਤਾਂ ਅੱਗੇ ਵਧਾਉਂਦੇ ਹੀ ਆ। ਜਦ ਸਾਨੂੰ ਸਰਕਾਰ ਸੱਦਦੀ ਆ, ਅਸੀਂ ਤਾਂ ਕੋਈ ਨਾ ਹੀ ਨਹੀਂ ਸਕਿਆ, ਅੱਜੇ ਬਿਠਾ ਲਓ, ਅਸੀਂ ਇੱਥੇ ਹੀ ਰਾਤ ਕੱਟ ਲੈਂਦੇ ਆ, ਇੱਥੇ ਹੀ ਰਹਿ ਪੈਂਦੇ ਆ। ਤੁਸੀਂ ਸਾਡਾ ਮਸਲਾ ਹੱਲ ਕਰੋ। ਅਸੀਂ ਤਾਂ 4 ਕਦਮ ਅੱਗੇ ਜਾਣ ਲਈ ਤਿਆਰ ਆ, ਪਰ ਕਾਨੂੰਨਾਂ ਦੇ ਲਈ ਨਹੀਂ ਅਸੀਂ ਜਾਣ ਲਈ ਤਿਆਰ। ਤੇ ਨਾ ਅਸੀਂ ਕਿਸੇ ਕੋਰਟ ਦਾ, ਨਾ ਅਸੀਂ ਕਮੇਟੀ ਦਾ ਕਿਸੇ ਦਾ ਅਸੀਂ ਉਹ ਮੰਨਦੇ ਆ, ਨਾ ਉਹ ਮੰਨਣ ਨੂੰ ਤਿਆਰ। ਲੋਕੋਵਾਲ ਸਾਹਿਬ, ਕੇਂਦਰੀ ਮੰਤਰੀਆਂ ਦਾ ਕੀ ਰਵੱਈਆ ਰਹਿ ਗਿਆ? 8 ਮੀਟਿੰਗਾਂ ਹੋ ਗਈਆਂ, 9ਵੀਂ ਮੀਟਿੰਗ ਸੀ, ਬੇਸਿੱਟਾਂ ਰਹਿੰਦੀਆਂ ਨੇ, ਕੋਈ ਫਰਕ ਲੱਗਿਆ? ਉਹ ਤਾਂ ਇਹ ਲੱਗਦਾ ਜਿਵੇਂ ਇਹਨਾਂ ਦੇ ਬੱਸ ਨਹੀਂ ਹੁੰਦਾ ਕੁਝ ਮੰਤਰੀਆਂ ਦੇ, ਵੀ ਇਹਨਾਂ ਨੇ ਇੱਕ ਫਿਰ ਗੱਲ ਪੁੱਛ ਕੇ ਆਉਣੀ ਆ ਜਾਂ ਉਹ ਗੱਲ ਕਰਨੀ ਆ। ਰਵੱਈਆ ਤਾਂ ਠੀਕ ਸੀ ਉਹਨਾਂ ਦਾ, ਗੱਲਬਾਤ ਠੀਕ ਸੀਗੀ, ਤੇ ਪਰ ਬੱਸੋਂ ਬਾਹਰ ਲੱਗਦੀ ਸੀ, ਜਿਵੇਂ ਉਹਨਾਂ ਦੇ ਗੱਲ ਨਹੀਂ ਕਰਨਾ ਚਾਹੁੰਦੇ, ਅਜੇ ਅੰਦੋਲਨ ਨੂੰ ਲੰਮਾ ਕਰਨਾ ਚਾਹੁੰਦੇ ਆ, ਅਜੇ ਸਾਡਾ ਸਬਰ ਪਰਖਣਾ ਚਾਹੁੰਦੇ। ਇਹੋ ਜਿਹੀਆਂ ਗੱਲਾਂ ਸਾਨੂੰ ਲੱਗਦੀਆਂ ਨੇ ਵੀ ਅਜੇ ਇਹ ਜਾਂ ਸਰਕਾਰ ਆਪਦੀ ਬੇਇੱਜ਼ਤੀ ਮੰਨਦੀ ਆ, ਹੱਦ ਤੱਕ ਮੰਨਦੀ ਆ ਵੀ ਇਹ ਕਾਨੂੰਨ ਵਾਪਸ ਲੈ ਲਏ ਤਾਂ ਕੱਲ੍ਹ ਨੂੰ 4 ਕਾਨੂੰਨ ਹੋਰ ਵਾਪਸ ਕਰਾਉਣਗੇ। ਇਹੋ ਜਿਹੀਆਂ ਕੁਝ ਗੱਲਾਂ ਸਾਨੂੰ ਲੱਗਦੀਆਂ ਜੀ। ਸੋ ਇਹ ਸਾਂਝੇ ਕਿਸਾਨ ਆਗੂ ਲੱਖੋਵਾਲ ਜਿਨ੍ਹਾਂ ਦਾ ਕਹਿਣਾ ਹੈ ਕਿ ਜਿੰਨਾ ਸਮਾਂ ਕੇਂਦਰ ਜਿਹੜੀ ਹੈਗੀ ਆ ਸਾਡੀਆਂ ਮੰਗਾਂ ਨਹੀਂ ਮੰਨਦੀ, ਉਹਨਾਂ ਸਮਾਂ ਉਹ ਕਿਸਾਨ ਅੰਦੋਲਨ ਨੂੰ ਜਿਹੜਾਗਾ ਹੋਰ ਤੇਜ਼ ਕਰਨਗੇ। ਵਿਗਿਆਨ ਭਵਨ ਦੀਆਂ ਇਹ ਤਸਵੀਰਾਂ ਨੇ, ਤੁਸੀਂ ਦੇਖਿਆ ਜੀ। ਕਿਸਾਨ ਆਗੂਆਂ ਦਾ ਵਾਰ-ਵਾਰ ਇਹੀ ਕਹਿਣਾ ਹੈ ਕਿ ਕੇਂਦਰ ਵੀ ਆਪਣੀ ਅੜੀ ਤੇ ਅੜੀ ਹੋਈ ਹੈ ਤੇ ਅਸੀਂ ਵੀ ਆਪਣਾ ਜਿਹੜਾ ਹੱਕ ਲੈ ਕੇ ਹੈਗੇ ਇੱਥੋਂ ਮੁੜਾਂਗੇ। ਮੋਹਨ ਜੀ ਸਾਡੇ ਨਾਲ ਮੌਜੂਦ ਨੇ। ਸਰ, ਕਿੱਦਾਂ ਦੀ ਰਹੀ ਹੈ ਮੀਟਿੰਗ? ਮੀਟਿੰਗ 100 ਜੀ, ਕੋਈ ਬਹੁਤਾ ਵਧੀਆ ਸਿੱਟੇ ਨਹੀਂ ਨਿਕਲੇ। ਬਾਕੀ ਕੀ ਕਹੋਗੇ ਜੀ, ਅੱਜ 9ਵੀਂ ਮੀਟਿੰਗ ਸੀ, 9ਵੇਂ ਬੇਸਿੱਟਾਂ ਨਿਕਲੀਆਂ ਨੇ? ਹਾਂ, ਇਹ 9 ਦੇ 9 ਬੇਸਿੱਟਾਂ ਨੇ। ਲੱਗਦਾ ਪਹਿਲੀਆਂ 2 ਜਿਹੜੇ ਮੰਨਿਆ ਸੀ ਉਹ ਵੀ ਲਿਖ ਕੇ ਨੇ ਜੇ ਦੇ ਰਹੇ, ਕਿਉਂਕਿ ਪਬਲਿਕ ਜਿਹੜਾ ਸਾਡਾ ਸੀ ਉਹਦੇ ਵਿੱਚ ਮਤਲਬ ਪੋਲੂਸ਼ਨ ਨਾਲ ਰਿਲੇਟਡ ਉਹ 'ਚੋਂ ਖੇਤੀ ਸੈਕਟਰ ਨੂੰ ਬਾਹਰ ਕੱਢਦੇ ਆ ਜਾਂ
ਪ੍ਰਪੋਜ਼ ਜਿਹੜਾ ਬਿਜਲੀ ਬਿੱਲ ਸੀ, ਪ੍ਰਸਤਾਵਿਤ ਬਿਜਲੀ ਬਿੱਲ ਸੀ, ਉਹਨੂੰ ਅਸੀਂ ਰੱਦ ਕਰਦੇ, ਉਹ ਵੀ ਸਾਨੂੰ ਅਜੇ ਰਿਟਰਨ ਉਹਨਾਂ ਨੇ ਦਿੱਤਾ ਨਹੀਂਗਾ। ਐਮਐਸਪੀ ਨੂੰ ਲੈ ਕੇ ਕੀ ਗੱਲ ਹੋਈ ਅੱਜ? ਕਹਿੰਦੇ ਨੇ ਮਤਲਬ ਸਾਨੂੰ ਇੱਕ ਮਿੱਠੀ ਗੋਲੀ ਦੇਣ ਦੀ ਕੋਸ਼ਿਸ਼ ਕੀਤੀ ਵੀ ਜੇ ਐਮਐਸਪੀ ਦੇ ਤੁਹਾਨੂੰ ਰਿਟਰਨ ਗਰੰਟੀ ਦੇ ਦਈਏ ਕਿ ਅੰਦੋਲਨ ਮੁਲਤਵੀ ਕਰ ਦੋਗੇ, ਜਿਹੜਾ ਕਿ ਸੰਭਵ ਨਹੀਂਗਾ। ਜਗਮੋਹਨ ਜੀ, ਕੇਂਦਰੀ ਮੰਤਰੀਆਂ ਦੇ ਰਵੱਈਏ 'ਚ ਕੋਈ ਫਰਕ ਲੱਗਿਆ ਕਿ 9 ਮੀਟਿੰਗਾਂ ਤੁਸੀਂ? ਫਰਕ ਵੇਖੋ ਇਸ ਕਰਕੇ ਲੱਗਾ ਕਿਉਂਕਿ ਉਹਨਾਂ ਨੂੰ ਸਾਨੂੰ ਐ ਸੀ ਸੁਪਰੀਮ ਕੋਰਟ ਵਾਲੇ ਪਾਸੇ ਧੱਕਣਗੇ, ਸਾਡੇ ਕੋਲ ਨਾ ਆਇਆ ਕਰਨ, ਸੁਪਰੀਮ ਕੋਰਟ ਵਾਲੀ ਕਮੇਟੀ ਕਿ ਚਲੇ ਜਾਓ, ਇਹੋ ਜੀ ਉਹਨਾਂ ਨੇ ਕੋਈ ਸਾਡੇ ਨਾਲ ਗੱਲ ਬਹੁਤੀ ਕੀਤੀ ਨਹੀਂ। 26 ਜਨਵਰੀ ਨੂੰ ਲੈ ਕੇ ਕੀ ਪ੍ਰੋਗਰਾਮ ਹੈ ਕਿਸਾਨਾਂ ਦਾ? 26 ਜਨਵਰੀ ਨੂੰ ਸਾਡੇ ਸਟੈਂਡ ਹੈ, 18 ਤਰੀਕ ਨੂੰ ਅਸੀਂ ਔਰਤ ਕਿਸਾਨ ਦਿਵਸ ਮਨਾ ਰਹੇ ਹਾਂ ਤੇ 18 ਨੂੰ ਇਹ ਮਾਮਲਾ 26 ਜਨਵਰੀ ਵਾਲਾ ਸੁਪਰੀਮ ਕੋਰਟ 'ਚ ਵੀ ਲੱਗਾ ਆ, ਉਹਦਾ ਕੀ ਰਿਜ਼ਲਟ ਆਏਗਾ ਉਦੋਂ ਬਾਅਦ ਅਸੀਂ ਡੇਟ ਪਲਾਨ ਐਲਾਨਾਂਗੇ, ਪਰ 26 ਤਰੀਕ ਨੂੰ ਕਿਸਾਨ ਪਰੇਡ ਕਰਨੀ ਹੀ ਕਰਨੀ ਹੈ। ਜਗਮੋਹਨ ਜੀ, ਕੇਂਦਰੀ ਮੰਤਰੀ ਕਹਿੰਦੇ ਕਿ ਕਿਸਾਨ ਬਾਹਰ ਜਾ ਕੇ ਕਹਿੰਦੇ ਵੀ ਕੇਂਦਰ ਦਾ ਸੁਭਾਅ ਜਿਹੜਾ ਅੜੀਅਲ ਹੈ, ਪਰ ਕਿਸਾਨ ਵੀ ਆਪਣੀ ਅੜੀ ਤੇ ਖੜੇ ਹੋਏ ਨੇ। ਕਹਿੰਦੇ 2 ਕਦਮ ਅਗਰ ਅਸੀਂ ਅੱਗੇ ਵਧੇ ਤਾਂ 2 ਕਦਮ ਉਹ ਵੀ ਅੱਗੇ ਵਧਣ। ਇਹ ਬਿਲਕੁਲ ਸੱਚ ਬੋਲਦੇ ਨੇ। ਅਸੀਂ ਇਹ ਤੈਅ ਕਰਕੇ ਆਏ ਸੀ ਕਿ ਸਾਡੀਆਂ ਵੇਖੋ ਕਿਸਾਨਾਂ ਦੇ ਬਹੁਤ ਮੁੱਦੇ ਨੇ, ਬਹੁਤ ਮੁੱਦੇ ਨੇ, ਜਿਵੇਂ ਕਰਜ਼ਾ ਮਾਫ ਹੋਣਾ ਚਾਹੀਦਾ ਹੈ, ਲੈਂਡ ਰਿਫਾਰਮ ਹੋਣੀ ਚਾਹੀਦੀ ਹੈ। ਅਸੀਂ ਉਹਦੇ 'ਚੋਂ ਮਤਲਬ ਇੰਨੀਆਂ ਜਥੇਬੰਦੀਆਂ ਦਾ ਜਿਹੜਾ ਜੁਆਇੰਟ ਫੋਰਮ ਬਣਿਆ ਹੀ ਇਸੇ ਕਰਕੇ ਹੈ, ਉਹਦੇ 'ਚੋਂ ਅਸੀਂ ਕਾਨੂੰਨ ਰਿਪੀਲ, ਐਮਐਸਪੀ ਦੀ ਗਰੰਟੀ ਇਹੀ ਲੈ ਕੇ ਆਏ ਸੀ। ਸਾਡੇ ਆਉਣ ਤੋਂ ਬਾਅਦ ਇਹਨਾਂ ਨੇ ਇੱਕ ਬਿਜਲੀ ਬਿੱਲ ਵਾਲਾ ਜਾਂ ਪੋਲੂਸ਼ਨ ਵਾਲਾ ਜਾਰੀ ਕੀਤੇ ਨੇ ਆਰਡੀਨੈਂਸ, ਇੱਥੇ ਆ ਕੇ ਪਾਈਆਂ ਨੇ 2। ਇਸ ਲਈ ਇਹ ਅਸੀਂ ਉਹੋ ਹੀ ਗੱਲਾਂ ਰੱਖੀਆਂ ਨੇ ਜਿਹੜੀਆਂ ਅਸੀਂ ਮਨਾਉਣੀਆਂ ਚਾਹੁੰਦੇ ਹਾਂ। ਤੇ ਇਹਦੇ ਅਸੀਂ ਜਿਸ ਦਿਨ ਆਏ ਹਾਂ, ਜਿਹੜੀ ਸਾਡਾ ਪਹਿਲੀ ਮੀਟਿੰਗ ਸਟੈਂਡ ਸੀ, ਅੱਜ 9ਵੀਂ ਮੀਟਿੰਗ ਵਿੱਚ ਉਹੀ ਸਟੈਂਡ ਆ, ਤੇ ਭਾਵੇਂ 20 ਮੀਟਿੰਗਾਂ ਰੱਖਣ ਸਾਡਾ ਸਟੈਂਡ ਇਹੀ ਰਹੂਗਾ। ਸਾਨੂੰ ਕੌਨਫੀਡੈਂਸ ਆ ਵੀ ਅਸੀਂ ਜ਼ਰੂਰ ਹੀ ਆਪਦੇ ਸੰਘਰਸ਼ ਦੇ ਜ਼ੋਰ ਨਾਲ, ਆਪਦੇ ਸੰਘਰਸ਼ ਦੇ ਏਕੇ ਨਾਲ ਤੇ ਆਪਦੇ ਸੰਘਰਸ਼ ਦੇ ਜਿਹੜਾ ਸਾਡਾ ਉਹਦੇ ਵਿੱਚ ਜਿੰਨਾ ਜ਼ਿਆਦਾ ਜੋਸ਼ ਆ, ਉਹਦੇ ਨਾਲ ਅਸੀਂ ਇਹ ਮੰਗਾਂ ਮਨਵਾ ਕੇ 19 ਜਨਵਰੀ ਦੀ ਮੀਟਿੰਗ ਦਾ ਕੀ ਰਹੂਗਾ ਤੁਹਾਡਾ? ਜਾਓਗੇ ਜਾਂ ਕਿਵੇਂ ਜਾਵਾਂਗੇ ਜੀ ਮੀਟਿੰਗ 'ਚ? ਅਸੀਂ ਸੈਟਲ ਕਰਕੇ ਆਏ ਮੀਟਿੰਗ ਨੂੰ। ਕਿਸਾਨੀ ਅੰਦੋਲਨ ਦਾ ਕੀ ਰੂਪ ਰੇਖਾ ਅਗਲੇ? ਕਿਸਾਨੀ ਅੰਦੋਲਨ ਦੀ ਰੂਪ ਰੇਖਾ ਜੋ ਪ੍ਰੋਗਰਾਮ ਤੈਅ ਨੇ, ਸਾਰੇ ਸਟੈਂਡ ਬਾਈ ਸਟੈਂਡ ਰਹਿਣਗੇ, ਹੁੰਦੇ ਰਹਿਣਗੇ। ਸੋ ਇਹ ਸਾਂਝੇ ਕਿਸਾਨ ਆਗੂ ਜਗਮੋਹਨ ਜੀ, ਜਿਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਭਰੋਸਾ ਹੈ ਕਿ ਅਸੀਂ ਆਪਣੇ ਜਿਹੜੇ ਹੱਕ ਲੈ ਕੇ ਇੱਥੋਂ ਵਾਪਸ ਜਾਵਾਂਗੇ, ਭਾਵੇਂ ਸਾਨੂੰ ਜਿੰਨੀਆਂ ਮਰਜ਼ੀ ਮੀਟਿੰਗਾਂ ਕਰਨੀਆਂ ਪੈ ਜਾਣ, ਪਰ ਅਸੀਂ ਆਪਣੇ ਹੱਕ ਲੈ ਕੇ ਇੱਥੋਂ ਵਾਪਸ ਜਾਵਾਂਗੇ। ਬੈਠਕ 'ਚੋਂ ਬੈਠਕ ਨਿਕਲੀ ਹੈ, ਹੋਰ ਇਸ ਤੋਂ ਸਿਵਾ ਕੁਝ ਨਹੀਂ। ਔਰ ਜਿਹੜਾ ਇਹਨਾਂ ਨੇ ਪੰਜਾਬ ਦੇ ਵਿੱਚ ਸਾਡੇ ਛਾਪੇ ਮਾਰਨੇ ਸ਼ੁਰੂ ਕੀਤੇ ਆ ਕਾਰੋਬਾਰੀਆਂ ਤੇ, ਉਹਦੇ ਸਬੰਧ ਦੇ ਵਿੱਚ ਇੱਥੇ ਗੱਲਬਾਤ ਹੋਈ ਆ। ਉਹ ਸਰਕਾਰ ਨੇ ਮੰਨਿਆ ਕਿ ਅਸੀਂ ਸਾਡੇ ਵੱਲੋਂ ਸਾਡੇ ਧਿਆਨ 'ਚ ਲਿਆਓ, ਉਹਨਾਂ ਨੂੰ ਅਸੀਂ ਰੋਕਾਂਗੇ। ਉਹ ਇਹ ਗੱਲ ਹੋਈ ਹੈ, ਔਰ ਬਾਕੀ ਹੋਰ ਕੋਈ ਗੱਲ ਨਹੀਂ ਹੋਈ। ਕਾਨੂੰਨਾਂ ਦੇ ਉੱਤੇ ਸਰਕਾਰ ਦਾ ਉਹੀ ਰਵੱਈਆ ਹੈ ਕਿ ਅਸੀਂ ਇਹਨਾਂ ਨੂੰ ਸੋਧਾਂ ਕਰ ਦਿੰਦੇ ਹਾਂ, ਰਿਪੀਲ ਨਹੀਂ ਕਰਾਂਗੇ। ਔਰ ਸਾਡੀ ਇਹ ਹੈ ਕਿ ਕੱਲ ਸੋਧਾਂ ਅਸੀਂ ਨਹੀਂ ਕਰਵਾਉਣੀਆਂ, ਅਸੀਂ ਰਿਪੀਲ ਕਰਵਾਉਣਾ ਹੈ। ਇਸ ਗੱਲ ਤੇ ਸੁਪਰੀਮ ਕੋਰਟ ਦੇ ਵਿੱਚ ਮਿਲ ਗਿਆ ਐਮਐਸਪੀ ਨੂੰ ਲੈ ਕੇ ਕੋਈ ਗੱਲਬਾਤ ਹੋਈ? एमएसपी को लेकर कोई गलबात? देखो एमएसपी का कानून बनाने पे बात चली है, लेकिन अभी तक सरकार की सहमति नहीं हो पाई इसमें। अभी तक इसमें सुप्रीम कोर्ट की ਜਿਹੜੀ ਮੁੱਦੇ ਸਾਹਮਣੇ ਆ ਰਹੇ ਨੇ, ਜਿਹੜੀ ਐਫਆਈਆਰ ਦਰਜ ਹੋਈ ਹੈ ਉਹਦੇ ਉੱਤੇ ਪ੍ਰਤੀਕਿਰਿਆ ਕੀ ਰਹੀ ਹੈ ਖੇਤੀ ਮੰਤਰੀ ਦੀ? नहीं देखो, ਅਸੀਂ ਕਿਹਾ ਹੈ ਕਿ ਜਿਹੜੇ ਤੁਸੀਂ ਗਲਤ ਤਰੀਕੇ ਨਾਲ ਮਤਲਬ ਲੋਕਾਂ ਦੇ ਪਰਚੇ ਦਰਜ ਕਰ ਰਹੇ ਹੋ, ਗਲਤ ਕਰ ਰਹੇ ਹੋ। ਅੰਦੋਲਨ ਦੇ ਦੌਰਾਨ ਅੰਦੋਲਨ ਹੋ ਰਿਹਾ ਹੈ, ਅਗਰ ਸਰਕਾਰ ਨੇ ਇਹ ਮੰਨ ਲਿਆ ਕਿ ਦੇਖੋ ਹਰਿਆਣੇ ਦੇ ਵਿੱਚ ਇਹ ਕਹਿਤਾ ਕਿ ਅਸੀਂ ਇੱਥੇ बीजेपी कोई कार्यक्रम ना करे, अगर ऐसा है सर इसका मतलब ये निकलता है कि सरकार समझे। ਕਿਹਾ ਜਾ ਰਿਹਾ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਬੈਠਕ ਜਿਹੜੀ ਕਿ ਇਹਨਾਂ ਨੇ 4 ਕਮੇਟੀ ਬਣਾਈ ਸੀ, ਉਸ ਨੂੰ ਲੈ ਕੇ ਹਾਲਾਂਕਿ ਉਹਨਾਂ ਨੇ ਕਿਹਾ ਕਿ ਰੀਅਪੀਲ ਤਾਂ ਆਪੇ ਹੋ ਜਾਏ। ਕ੍ਰਿਸ਼ੀ ਮੰਤਰੀ ਤੋਮਰ ਦਾ ਕਹਿੰਦੇ ਰੀਅਪੀਲ ਤਾਂ ਆਪੇ ਹੀ ਹੋ ਜਾਏਗਾ। ਇਸ ਤਰੀਕੇ ਦੀ ਗੱਲ ਕੋਈ ਸਾਹਮਣੇ ਆਈ ਹੈ ਅੰਦਰ ਮੀਟਿੰਗ ਦੇ ਵਿੱਚ? ਨਹੀਂ, ਉਹਨਾਂ ਦਾ ਮਤਲਬ ਇਹ ਸੀਗਾ ਵੀ ਜਦੋਂ ਉਹਨਾਂ ਨੇ ਇਹਨਾਂ ਨੂੰ ਸਸਪੈਂਡ ਕਰਤਾ ਤੇ ਸਮਝ ਲਓ ਰਿਪੀਲ ਤਾਂ ਹੋ ਗਏ, ਪਰ ਅਸੀਂ ਸਮਝਦੇ ਹਾਂ ਵੀ ਰਿਪੀਲ ਤੇ ਸਸਪੈਂਡ 'ਚ ਫਰਕ ਹੈ। ਤੇ ਅਗਲੀ ਲੱਗਦਾ ਕਿ 19 ਤਰੀਕ ਦੀ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਉਹਦੇ ਵਿੱਚ ਕੁਝ ਦੇਖੋ ਲੱਗਣਾ ਤਾਂ ਮੈਂ ਤੁਹਾਨੂੰ ਫਿਰ ਬੇਨਤੀ ਕਰਦਾ ਕਿ ਲੱਗਣਾ ਨਾ ਲੱਗਣਾ ਤਾਂ ਗੱਲ ਵੱਖਰੀ ਹੁੰਦੀ ਹੈ, ਲੇਕਿਨ ਅਸੀਂ ਕਲੀਅਰਲੀ ਇਹ ਕਹਿ ਕੇ ਆਏ ਹਾਂ ਕਿ ਸਾਡੇ ਨਾਲ ਮੀਟਿੰਗ ਤਾਂ ਕਰੋ ਦੁਬਾਰਾ ਜੇ ਤੁਸੀਂ ਕਿਹੜੇ ਮੁੱਦੇ ਤੇ ਗੱਲ ਹੋਏਗੀ 19 ਤਰੀਕ ਨੂੰ? ਇਹੀ ਮੁੱਦੇ ਕਾਲੇ ਕਾਨੂੰਨ ਤੇ ਐਮਐਸਪੀ। ਵਿਗਿਆਨ ਭਵਨ ਦੇ ਬਾਹਰ ਅਸੀਂ ਮੌਜੂਦ ਹਾਂ ਜੀ। 9ਵੇਂ ਗੇੜ ਦੀ ਮੀਟਿੰਗ ਜਿਹੜੀ ਹੈਗੀ ਉਹ ਖਤਮ ਹੋ ਚੁੱਕੀ ਹੈ। ਸਾਡੇ ਨਾਲ ਕਿਸਾਨ ਆਗੂ ਬਲਦੇਵ ਸਿੰਘ ਜੀ ਮੌਜੂਦ ਨੇ। ਬਲਦੇਵ ਜੀ, ਕਿਵੇਂ ਦੀ ਰਹੀ ਹੈ ਮੀਟਿੰਗ? देखो मीटिंग तो पहले की तरह ही रही है, बेसिट्टा रही है, क्योंकि चर्चा उन मुद्दों पर हो रही है जो पहले से हो रही है। उनमें से किसी भी मुद्दे पर कोई ठोस जो नतीजा निकलना चाहिए वो नहीं निकला, और इसीलिए जो हमने बार बार भी उनको कहा सरकार को भी हम ऐसियाँ मीटिंगां में जो बेसिट्टा रहती हैं और ज़्यादा समय तक नहीं आ पाएंगे और देश के लोगों को हम बता देंगे भी सरकार हमको परेशान कर रही है, मीटिंगें हैं जो संजीदगी से नहीं ले रही। और ये भी हमारी ओर से कहा गया कि अब जब मन बना लेंगे इसको जो है डिसीजन लेने का, हमसे तभी बुलाइए। सरकार ने आप ही सजेस्ट किया है कि जो मीटिंग है वो अब 19 तारीख को होगी। उनके कहने पर ही, उनके अनुरोध पर ही हम जहाँ 19 तारीख को आएंगे। हम ये आगाह कर दिया कि उस दिन हम
किसी मतलब और मुद्दे पर विचार नहीं करेंगे। सिर्फ कानूनों को अपील करने के लिए और जो MSP है जो उसको कानूनी दर्जा दिवाने के लिए उस पर ही चर्चा होगी और उसको प्लीज़ जल्दी इसको निपटा दिया जाए और हम ज़्यादा नहीं आएंगे। जे आपकी इच्छा है भी ऐसे ऐसे करके मीटिंगों में हमारा समय बर्बाद करना है तो ऐसे हम नहीं आने वाले, हम सोचना पड़ेगा और हम इस आंदोलन को और तेज़ करेंगे। लोड़ पई तो 6 महीने तक भी बैठेंगे और जो और लोड़ पई इस सारे देश में इस आंदोलन को तेज करके जितनी देर तक 1924 तक इस सरकार की म्याद है उस तक भी ਅਸੀਂ ਅੰਦੋਲਨ ਚਲਾ ਸਕਦੇ ਹਾਂ। ਹਮਾਰੀ ਕੈਪੈਸਿਟੀ। ਬਲਦੇਵ ਜੀ MSP ਨੂੰ ਲੈ ਕੇ ਕੀ ਚਰਚਾ ਹੋਈ ਅੱਜ ਮੀਟਿੰਗ ਦੇ ਵਿੱਚ? MSP ਤੇ ਕੋਈ ਚਰਚਾ ਨਹੀਂ ਹੋਈ। MSP ਦੀ ਹਮ ਕਰਨਾ ਚਾਹਤੇ थे सरकार ने नहीं की। वो ਹੁਣ तय हो गया भी उस दिन ਜ਼ਰੂਰ ਹੋਏਗੀ। ਅੱਛਾ ਬਲਦੇਵ ਜੀ, ਕੇਂਦਰ ਇਹ ਵੀ ਕਹਿ ਰਹੀ ਹੈ ਕਿ ਅਗਰ ਅਸੀਂ 2 ਕਦਮ ਅੱਗੇ ਵਧੇ ਹਾਂ ਤਾਂ ਕਿਸਾਨਾਂ ਨੂੰ ਵੀ 2 ਕਦਮ ਅੱਗੇ ਵਧਣਾ ਚਾਹੀਦਾ ਹੈ। ਅਸੀਂ ਉਹਨਾਂ ਨੂੰ ਸਪਸ਼ਟ ਕਰਤਾ ਵੀ ਤੁਸੀਂ 2 ਕਦਮ ਨਹੀਂ, ਜੇ ਕੋਈ ਬੰਦਾ ਗਲਤੀ ਕਰਦਾ ਹੈ ਇਹਦਾ ਮਤਲਬ ਉਹਦੇ ਬਰਾਬਰ ਜਿਹੜਾ ਗਲਤੀ ਨਾ ਕਰਨ ਵਾਲਾ ਜਿਹਤੇ ਅਸਰ ਹੋ ਰਿਹਾ ਉਹ ਵੀ ਉਹਦੇ ਉਨਾ ਹੀ ਪਿੱਛੇ ਹਟੇ। ਇਹ ਕਿਸੇ ਵਾਰੀ ਸੰਭਵ ਨਹੀਂ। ਆਪ ਦਾ ਜਿਹੜਾ ਕਾਨੂੰਨ ਹੈ ਉਹ ਕਾਨੂੰਨ ਸੁਪਰੀਮ ਕੋਰਟ ਨੇ ਹੋਲਡ ਕਰਤਾ। ਕਿਉਂ ਕੀਤਾ? ਉਹਦੇ 'ਚ ਨੁਕਸ ਹੈ। ਅਸਲੀ ਦੂਜਾ ਇਹ ਹੈ ਵੀ ਤੁਸੀਂ ਉਸ ਕਾਨੂੰਨ ਨੂੰ ਬਣਨ ਤੋਂ ਪਹਿਲਾਂ ਹੀ ਜਿਹੜਾ ਕਦੇ ਵੀ ਕਾਨੂੰਨ ਜਿਹੜੇ ਹੁੰਦੇ ਨੇ 20 ਸਾਲ 30 ਸਾਲ ਚੱਲਣ ਤੋਂ ਬਾਅਦ ਥੋੜਾ ਜਿਹਾ ਬੇਅਸਰ ਹੁੰਦੇ ਨੇ ਉਹਨਾਂ ਤੇ ਫਿਰ ਅਮੈਂਡ ਹੁੰਦੇ ਨੇ। ਤੁਸੀਂ ਤਾਂ ਇਹਨੂੰ ਲਾਗੂ ਕਰਨ ਤੋਂ ਪਹਿਲਾਂ ਅਮੈਂਡ ਲੱਗੇ ਕਰਵਾਉਣ। ਇਸ ਲਈ ਇਹਦਾ ਮਤਲਬ ਇਹ ਕਾਨੂੰਨ ਸਹੀ ਨਹੀਂ ਹੈਗੇ। ਇਸ ਲਈ ਤਾਂ ਕਰ ਦੋ। ਇਸ ਲਈ ਇਹਨਾਂ ਨੂੰ ਅਮੈਂਡ ਕਰਨ ਦੀ ਨਹੀਂ ਚਾਹੀਦਾ ਹੁਣ ਤੁਰੰਤ। ਇਹ ਤੁਹਾਡੀ ਵੀ ਬੇਇੱਜ਼ਤੀ ਹੈ। ਇਹਨੂੰ ਰੀਪੀਲ ਕਰੋ, ਇਹਨੂੰ ਰੱਦ ਕਰੋ। ਕੇਂਦਰ ਕਹਿੰਦੀ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਰੋਕ ਲਾਤੀ ਹੈ ਖੇਤੀ ਕਾਨੂੰਨਾਂ ਤੇ, ਹੁਣ ਥੋੜਾ ਕਿਸਾਨਾਂ ਨੂੰ ਸੋਚਣਾ ਚਾਹੀਦਾ ਇਹਦੇ ਬਾਰੇ। ਦੇਖੋ ਸੁਪਰੀਮ ਕੋਰਟ ਨੇ ਕੋਈ ਰੋਕ ਨਹੀਂ ਲਾਈ। ਉਹ ਰੋਕ ਮਹੀਨੇ 'ਚ ਵੀ ਹੋ ਸਕਦੀ ਹੈ, 2 ਮਹੀਨਿਆਂ ਨੂੰ ਉਹ ਹਟ ਸਕਦੀ ਹੈ, ਉਹਦਾ 4 ਸਾਲ ਵੀ ਲੰਘ ਸਕਦੀ ਹੈ। ਉਹਦਾ ਸਾਡੇ ਨਾਲ ਕੋਈ ਸੰਬੰਧ ਨਹੀਂ। ਨਾ ਅਸੀਂ ਉਸ ਨੂੰ ਕਿਹਾ ਸੀ, ਨਾ ਅਸੀਂ ਉਹਦੇ 'ਚ ਪਾਰਟੀਆਂ। ਅਸੀਂ ਤਾਂ ਕੋਰਟ ਤੋਂ ਕੋਈ ਫੈਸਲਾ ਮੰਗੇ ਹੀ ਨਹੀਂ। ਅਸੀਂ ਤਾਂ ਜੁੜੀ ਇਹ ਤੋਂ ਮੰਗਦੇ ਹਾਂ ਐਗਜ਼ੈਕਟਿਵ ਤੋਂ। ਬਲਦੇਵ ਜੀ, ਅੱਜ ਫਿਰ ਜਿਹੜਾ CM ਖੱਟਰ ਦਾ ਵਿਰੋਧ ਹੋਇਆ ਕਰਨਾਲ ਦੇ ਵਿੱਚ, ਅੱਜ ਉਹ ਮੁੱਦਾ ਉੱਠਿਆ ਸੀ ਕਿ ਕਿਸਾਨਾਂ ਨੇ ਇਤਰਾਜ਼ ਜਤਾਇਆ ਕਿ ਸੈਂਕੜੇ ਦੇ ਹਿਸਾਬ ਨਾਲ ਜਿਹੜੇ ਕਿਸਾਨਾਂ ਤੇ FIR ਦਰਜ ਹੋਈ ਹੈਗੀ ਉਹਦੇ ਤੇ ਇਤਰਾਜ਼ ਜਤਾਇਆ ਸੀ ਅੱਜ ਕਿਸਾਨਾਂ ਨੇ। ਹਾਂ, ਅਸੀਂ ਇਕੱਲਾ ਉਹ 'ਤੇ ਨਹੀਂ ਜਿਤਾਇਆ। ਜਿਹੜਾ ਹਰਿਆਣੇ 'ਚ ਪਰਚੇ ਦਰਜ ਹੋਏ ਨੇ, ਪਹਿਲਾਂ ਪੰਜਾਬ 'ਚ ਵੀ ਹੋਏ ਨੇ, ਹੋ ਰਹੇ ਨੇ, ਔਰ ਇਹਦੇ ਤਾਂ ਅਸੀਂ ਕਰਨਾ ਹੀ ਕਰਨਾ। ਇੱਕ NIA ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ ਜਿਹੜੀ ਬਹੁਤ ਅਹਿਮ ਮਤਲਬ ਦੇਸ਼ ਧਰੋਹੀ ਦੇ ਮੁਕੱਦਮਿਆਂ ਦੇ ਵਿੱਚ ਉਹਦੀ ਵਰਤੋਂ ਕੀਤੀ ਜਾਂਦੀ ਹੈ। ਉਹਦੀ ਵਰਤੋਂ ਸਾਡੇ ਟਰਾਂਸਪੋਰਟਰਾਂ ਤੇ ਕੀਤੀ ਗਈ ਹੈ। ਪੰਜਾਬ ਦੇ ਵਿੱਚ 3 ਲੁਧਿਆਣੇ ਦੇ ਟਰਾਂਸਪੋਰਟਰ, 2 ਪਟਿਆਲੇ ਦੇ, 5 ਟਰਾਂਸਪੋਰਟਾਂ ਤੇ ਨੂੰ ਨੋਟਿਸ ਕੱਢੇ ਗਏ ਨੇ ਉਹਨੂੰ ਮਤਲਬ ਉਹਨਾਂ ਨੂੰ ਪਰੇਸ਼ਾਨ ਕਰਨ ਵਾਸਤੇ। ਇਸੇ ਤਰ੍ਹਾਂ ਹੀ ਦੂਸਰੇ ਪਾਸੇ ਇੱਕ ਸੰਸਥਾ ਨੇ ਬਾਹਰੋਂ ਕੋਈ ਸਾਥੀਆਂ ਨੇ ਪੈਸਾ ਦਿੱਤਾ ਹੈ, 50-50 ਹਜ਼ਾਰ ਰੁਪਈਆ ਉਹਨਾਂ ਨੂੰ ਨਗਦ ਦਿੱਤਾ। ਜਿਹੜੇ ਮਤਲਬ ਕਿਸਾਨ ਸ਼ਹੀਦ ਹੋ ਗਏ ਉਹਨਾਂ ਨੂੰ ਵੀ ਨੋਟਿਸ ਕੱਢਦੇ, ਉਹਨਾਂ ਪਰਿਵਾਰਾਂ ਨੂੰ ਵੀ ਕੱਢਦੇ। ਇੰਨੀਆਂ ਜਿਹੀਆਂ ਘਿਨਾਉਣੀਆਂ ਹਰਕਤਾਂ ਸਰਕਾਰ ਕਰ ਰਹੀ ਹੈ ਜਿਨ੍ਹਾਂ ਤੋਂ ਲੱਗਦਾ ਵੀ ਸਰਕਾਰ ਪਰੇਸ਼ਾਨ ਵੀ ਹੈ ਔਰ ਇਹ ਅੰਦੋਲਨ ਤੋਂ ਬੁਰੀ ਤਰ੍ਹਾਂ ਡਰੀ ਹੋਈ ਵੀ ਹੈ। ਇਹਦੇ ਉੱਪਰ ਕੀ ਪ੍ਰਤੀਕਿਰਿਆ ਕੀ ਆਈ ਹੈ ਫਿਰ ਕੇਂਦਰ ਦੀ ਹੈ ਵੀ ਉਹ ਕਹਿੰਦੇ ਐਸਾ ਨਹੀਂ ਹੋ ਸਕੇਗਾ। ਜੇ ਐਸਾ ਕੋਈ ਹੋਇਆ ਮੈਂ ਤੁਹਾਨੂੰ ਕੱਲ ਨੂੰ ਸਾਰੀ ਇਹਦੀ ਐਕਤੀਕਾਤ ਕਰਕੇ ਪੜਤਾਲ ਕਰਕੇ ਮੈਂ ਤੁਹਾਨੂੰ ਦੱਸੂਗਾ ਪੜਤਾਲ ਲੈ ਕੇ। ਬਲਦੇਵ ਜੀ, ਰਵੱਈਆ ਐਸਾ ਨਹੀਂ ਹੋ ਸਕਿਆ, ਇਹਨੂੰ ਰੋਕਣਾ ਹੈ। ਜੇ ਕਿਤੇ ਹੋ ਰਿਹਾ ਇਹਨੂੰ ਹੁਣੇ ਜਲਦੀ ਰੁਕਵਾਓ, ਇਹ ਅਸੀਂ ਕਹਿਤਾ। ਪਰ ਉਹ ਸਾਡੀ ਗੱਲ ਨਾਲ ਸਹਿਮਤ ਹੋਏ ਨੇ ਮੰਤਰੀ। ਰਵੱਈਆ ਕਿਵੇਂ ਦਾ ਲੱਗਿਆ ਤੁਹਾਨੂੰ ਕੇਂਦਰ ਦਾ? ਕਿਉਂਕਿ 9 ਮੀਟਿੰਗਾਂ ਹੋਈਆਂ, 9ਵਾਂ ਦੇ ਵਿੱਚ ਕੋਈ ਫਰਕ ਲੱਗਿਆ ਅੱਜ 9ਵੀਂ ਮੀਟਿੰਗ ਦੇ ਵਿੱਚ? ਮੇਰਾ ਖਿਆਲ ਹੈ ਵੀ ਸਾਡਾ ਕੋਈ ਫਰਕ ਮੈਨੂੰ ਨਹੀਂ ਲੱਗਿਆ ਹੈਗਾ। ਜਿੱਥੇ ਤੱਕ ਮੈਂ 9 ਮੀਟਿੰਗਾਂ 'ਚੋਂ 10 ਹੋਈਆਂ ਨੇ, ਇੱਕ ਅਨੌਪਚਾਰਕ ਹੋਈ ਹੈ, 10 'ਚੋਂ 9 'ਚ ਮੈਂ ਹਾਜ਼ਰ ਹਾਂ। ਤੇ ਮੈਨੂੰ ਨਹੀਂ, ਇੱਕ ਵਾਰੀ ਮੈਂ ਬਿਮਾਰ ਸੀਗਾ ਤੇ ਉਹ ਮੈਨੂੰ ਨਹੀਂ ਲੱਗਿਆ ਵੀ ਸਰਕਾਰ ਕੋਈ ਬਾਹਲਾ ਰਿਸਪੌਂਸ ਦੇ ਰਹੀ ਹੈ। ਉਹ ਆਪਣੀ ਗੱਲ ਤੇ ਜਿਵੇਂ ਜਿੱਦੀ ਅੜੀ ਹੋਈ ਹੈ, ਜਿਵੇਂ ਸਾਨੂੰ ਜਿੱਦੀ ਕਹਿੰਦੇ। ਅਸੀਂ ਕਿਹਾ ਵੀ ਅਸੀਂ ਜਿੱਦੀ ਨਹੀਂ ਹਾਂਗੇ, ਤੁਸੀਂ ਗਲਤ ਕੰਮ ਕਰਿਆ, ਤੁਸੀਂ ਉਹਨੂੰ ਠੀਕ ਕਰੋ। ਕਾਨੂੰਨਾਂ ਨੂੰ ਗਲਤ ਅਸੀਂ ਉਹਨਾਂ ਨੂੰ ਦੋ ਆਰਗੂਮੈਂਟ ਦਿੱਤੇ ਅਸੀਂ ਵੀ ਪਹਿਲਾਂ ਤਾਂ ਸੁਪਰੀਮ ਕੋਰਟ ਉਹਨੂੰ ਹੋਲਡ ਨਾ ਕਰਦਾ ਜੇ ਕਾਨੂੰਨ ਤੁਹਾਡੇ ਸਹੀ ਹੁੰਦੇ, ਤੁਹਾਡੇ ਨਾਲ ਖੜਦਾ। ਦੂਜਾ ਤੁਸੀਂ ਉਹਨੂੰ ਅਮੈਂਡ ਕਰਨਾ ਚਾਹੁੰਦੇ ਹੋ। ਜੇ ਅਸਲੀ ਕਾਨੂੰਨ ਹੁੰਦਾ 20-30 ਸਾਲ 50 ਸਾਲ ਤੱਕ ਉਹ ਅਮੈਂਡ ਨਹੀਂ ਹੋ ਸਕਦਾ। ਤੀਸਰੀ ਗੱਲ ਐਸੈਂਸ਼ੀਅਲ ਸਰਵਿਸ ਜਿਹੜਾ ਕਾਨੂੰਨ ਹੈ, ਅਸੀਂ ਕਿਹਾ ਵੀ ਉਹ ਤਾਂ ਰਿਪੀਲ ਨਹੀਂ ਕਰਨਾ। ਉਹ ਕਾਨੂੰਨ ਤਾਂ ਪਹਿਲਾਂ ਹੀ ਅਮੈਂਡ ਹੋਇਆ, ਜਿਹੜੀ ਨਵੀਂ ਅਮੈਂਡਮੈਂਟ ਕਰਦੇ ਉਹਨੂੰ ਵਾਪਸ ਲੈ ਲਓ। ਉਹਦਾ ਤਾਂ ਕੰਮ ਹੱਲ ਹੋ ਗਿਆ, 2 ਰਹਿ ਗਏ। ਇਹ ਸਾਰੀਆਂ ਗੱਲਾਂ ਅਸੀਂ ਬੜੀ ਚਰਚਾ 'ਚ ਕੀਤੀਆਂ ਨੇ ਪਰ ਸਰਕਾਰ ਉਹ ਤੇ ਹਾਂ ਨਾ ਦਾ ਜਵਾਬ ਨਹੀਂ ਦੇ ਸਕੀ। 26 ਜਨਵਰੀ ਨੂੰ ਲੈ ਕੇ ਕੀ ਮਤਲਬ ਕਿ ਪ੍ਰੋਗਰਾਮ, ਕਿਉਂਕਿ ਕੇਂਦਰ ਵੀ ਇਹ ਖਦਸ਼ਾ ਜਤਾ ਰਹੀ ਹੈ ਕਿ ਰਾਜਪੱਥ ਤੇ ਕਿਸਾਨ ਆ ਸਕਦੇ ਨੇ ਮਾਰਚ ਦੌਰਾਨ। ਦੇਖੋ ਅਸੀਂ ਸਾਡਾ ਜੋ ਇਰਾਦਾ ਨਹੀਂ, ਸਾਡਾ ਫੈਸਲਾ ਵੀ ਹੈ ਅੱਜ ਤੱਕ ਔਰ ਕੱਲ੍ਹ ਨੂੰ ਵੀ ਸਾਡਾ ਉਹਦਾ ਰੂਟ ਕਾਜ ਤੈਅ ਹੋ ਜਾਣਾ ਵੀ ਅਸੀਂ ਰਾਜਪੱਥ ਤੇ ਕੋਈ ਸਰਕਾਰ ਦੇ ਜਿਹੜਾ ਸਰਕਾਰੀ ਪ੍ਰੋਗਰਾਮ ਹੈ ਉਹਦੇ 'ਚ ਸਾਡਾ ਵਿਘਨ ਪਾਉਣ ਦਾ ਕੋਈ ਇਰਾਦਾ ਨਹੀਂ, ਨਾ ਅਸੀਂ ਪਾਉਣਾ ਹੈ। ਸਾਡਾ ਅੰਦੋਲਨ ਸ਼ਾਂਤਮਈ ਹੋਏਗਾ, ਸ਼ਾਂਤਮਈ ਹੈ ਔਰ ਸ਼ਾਂਤਮਈ ਪਹਿਲਾਂ ਚੱਲ ਰਿਹਾ ਪਿੱਛੋਂ ਤੇ। ਇਸ ਕਰਕੇ ਅਸੀਂ ਜਿਹੜੇ ਨੌਜਵਾਨ ਜਾਂ ਕੁਝ ਲੋਕ ਸਾਡੇ ਜਥੇਬੰਦੀਆਂ ਤੋਂ ਬਾਹਰ ਨੌਜਵਾਨਾਂ ਨੂੰ ਭੜਕਾ ਰਹੇ ਨੇ
ਵੀ ਅਸੀਂ ਦਿੱਲੀ ਦੇ ਲਾਲ ਕਿਲੇ ਤੇ ਝੰਡਾ ਲਹਿਰਾ ਦਾਂਗੇ, ਅਸੀਂ ਪਾਰਲੀਮੈਂਟ ਦੇ ਵਿੱਚ ਘੁਸਪੈਠ ਕਰ ਲਾਂਗੇ ਜਾਂ ਇਸ ਸਰਕਾਰ ਨੂੰ ਸਥਿਰ ਕਰ ਦਾਂਗੇ, ਅਸੀਂ ਉਹਨਾਂ ਨਾਲ ਸਹਿਮਤ ਨਹੀਂ ਹੈਗੇ। ਉਹ ਲੋਕ ਸਰਕਾਰ ਦੀ ਸੇਵਾ ਕਰ ਰਹੇ ਨੇ ਔਰ ਸਰਕਾਰ ਹੀ ਉਹਨਾਂ ਤੋਂ ਇਹ ਕਰਵਾ ਰਹੀ ਹੈ। ਅੱਜ ਇੱਥੇ ਗੱਲ ਆਈ ਸੀ, ਅਸੀਂ ਸਪਸ਼ਟ ਕਹਿਤਾ ਸੀ ਵੀ ਜਿਹੜੇ ਲੋਕ ਗਲਤ ਕਹਿ ਰਹੇ ਨੇ ਉਹ ਤੁਹਾਡੇ ਹੋ ਸਕਦੇ ਨੇ, ਸਾਡੇ ਨਹੀਂ। ਅਸੀਂ ਕੱਲ੍ਹ ਇੱਕ ਚਿੱਠੀ ਵੀ ਜਾਰੀ ਕਰਤੀ ਰਾਜੇਵਾਲ ਸਾਹਿਬ ਵੱਲੋਂ, ਸਾਡੀਆਂ ਜਥੇਬੰਦੀਆਂ ਵੱਲੋਂ ਰਾਜੇਵਾਲ ਸਾਹਿਬ ਨੇ ਕੀਤੀ ਹੈ। ਉਹਦੇ ਵਿੱਚ ਅਸੀਂ ਸਪਸ਼ਟ ਕਰਤਾ ਹੈ ਵੀ ਸਾਡਾ ਅੰਦੋਲਨ ਸ਼ਾਂਤਮਈ ਰਹੇਗਾ। ਅਸੀਂ ਸਰਕਾਰ ਤੋਂ ਮਨਜ਼ੂਰੀ ਮੰਗਾਂਗੇ, ਰਾਜਪੱਥ ਤੇ ਨਹੀਂ ਨਾਲ ਲੱਗਦੇ, ਕਿਸੇ ਪੱਥ ਤੇ ਦੇ ਜਿੱਥੇ ਸਰਕਾਰ ਦਾ ਹੋਊਗਾ ਉਹਦੇ ਵਿੱਚ ਵੜਨਾ ਸਾਡਾ ਕੋਈ ਮਤਲਬ ਨਹੀਂ। ਸਾਨੂੰ ਬਰਾਬਰ ਦਾ ਕਿਸੇ ਅਧਿਕਾਰ ਦਿੱਤਾ ਜਾਵੇ। 19 ਜਨਵਰੀ ਦੀ ਜਿਹੜੀ ਮੀਟਿੰਗ ਅਗਲੀ ਹੋਣੀ ਹੈ ਉਹਦੇ ਲਈ ਕੁਝ ਤਿਆਰ ਹੈ, ਰਣਨੀਤੀ ਜਾਓਗੇ? ਅਸੀਂ ਕੱਲ ਨੂੰ ਸਾਡੀ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋ ਰਹੀ ਹੈ, ਉਹਦੇ ਵਿੱਚ ਸਾਰੇ ਨਿਰਣੇ ਲਏ ਜਾਣਗੇ। 2 ਵਜੇ ਤੋਂ ਲੈ ਕੇ ਸ਼ਾਮ ਹੋ ਜਾਂਦੀ ਹੈ 5-6 ਵਜੇ ਤੱਕ ਜਦੋਂ ਪੀਸੀ ਹੁੰਦੀ ਹੈ। ਔਰ ਪਰਸੋਂ ਨੂੰ ਸਾਡੀ ਸੰਯੁਕਤ ਮੋਰਚੇ ਦੀ ਹੈ, ਉਹਦੇ ਵਿੱਚ 19 ਨੂੰ ਸਰਕਾਰ ਨਾਲ ਕੀ ਕਰਨਾ ਹੈ, ਇੱਕ ਤਰ੍ਹਾਂ ਨਾਲ ਉਹਦੇ ਨਾਲ ਪੂਰੀ ਗੱਲ ਕਰਨੀ ਹੈ ਠੋਸ, ਕਿਉਂਕਿ ਲਗਾਤਾਰ ਮੀਟਿੰਗ ਤੇ ਮੀਟਿੰਗ ਉਹ ਤੋਂ ਅਸੀਂ ਵੀ ਅੱਕ ਚੁੱਕੇ ਹਾਂ ਔਰ ਦੇਸ਼ ਦੇ ਲੋਕ ਵੀ ਦੇਖ ਰਹੇ ਨੇ ਵੀ ਇਹ ਕੀ ਹੋ ਰਿਹਾ ਹੈ। ਅਸੀਂ ਹੁਣ ਲੋਕਾਂ ਨੂੰ ਵੀ ਦੱਸ ਦਿਆਂਗੇ ਵੀ ਸਰਕਾਰ ਕੁਝ ਨਹੀਂ ਕਰਨਾ ਚਾਹੁੰਦੀ, ਇਹ ਮੋਟੀਆਂ ਦੇ ਚੱਕਰ ਪਾਉਣਾ ਚਾਹੁੰਦੀ ਹੈ, ਉਹਦੇ ਬਾਰੇ ਫੈਸਲੇ ਲੈਣੇ ਨੇ। 26 ਦੇ ਪ੍ਰੋਗਰਾਮ ਨੂੰ ਕਿਸ ਤਰ੍ਹਾਂ ਸਕਸੈਸਫੁਲ ਕਰਨਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਪ੍ਰੋਗਰਾਮ ਲੀਕਣੇ ਨੇ, ਉਹ ਸਾਰਾ ਕੁਝ ਅਸੀਂ ਸਾਡੀਆਂ ਜਿਹੜੀਆਂ 2-3 ਮੀਟਿੰਗਾਂ ਹੋਣੀਆਂ ਨੇ ਬੜੀਆਂ ਮਹੱਤਵਪੂਰਨ ਹੋਣੀਆਂ। ਆਖਰੀ ਸਵਾਲ ਆ, ਕਿਸਾਨੀ ਅੰਦੋਲਨ ਦੀ ਫਿਰ ਰੂਪਰੇਖਾ ਕਿਵੇਂ ਰਹੂਗੀ? ਮੈਂ ਆਹੀ ਹੁਣ ਤੁਹਾਨੂੰ ਲਾਸਟ ਬੋਲਿਆ ਵੀ ਇਹ ਜਿਹੜੀਆਂ 2-3 ਮੀਟਿੰਗਾਂ ਬੜੀਆਂ ਅਹਿਮ ਰਹਿਣਗੀਆਂ। ਅੰਦੋਲਨ ਸਾਡਾ ਤੇਜ਼ ਹੋਊਗਾ, ਇਹਨੂੰ ਸਾਰੇ ਦੇਸ਼ ਦੇ ਬਰਾਡਰ ਮਤਲਬ ਕੰਟਰੀ ਵਾਈਡ ਕਰਨਾ ਇਹਨੂੰ। ਅਸੀਂ ਦੇਸ਼ ਦੇ ਕੋਨੇ-ਕੋਨੇ 'ਚ ਅਸੀਂ ਜਾਵਾਂਗੇ, ਇੱਥੋਂ ਨੂੰ ਲੀਡਰਾਂ ਦੀਆਂ ਡਿਊਟੀਆਂ ਲਾ ਕੇ ਸਾਰੇ ਦੇਸ਼ ਦੇ ਵਿੱਚ ਅੰਦੋਲਨ ਚਲਾਉਣਾ ਹੈ। ਸਾਡੇ ਕੋਲ 38 ਜ਼ਿਲ੍ਹਿਆਂ ਦੀ ਤਾਮਿਲਨਾਡੂ ਦੀ ਰਿਪੋਰਟ ਹੈ, ਆਂਧਰਾ ਦੀ ਹੈ, ਤੇਲੰਗਾਨਾ ਦੀ ਹੈ, ਕੇਰਲਾ ਦੀ ਹੈ, ਬੰਗਾਲ ਦੀ ਹੈ ਔਰ ਉੱਤਰ ਪ੍ਰਦੇਸ਼ ਦੀ ਹੈ ਔਰ ਕੀ ਹੈ ਆਪਣਾ ਬਿਹਾਰ ਦੀ ਹੈ। ਉੱਥੇ ਸਾਰੀ ਥਾਵਾਂ ਤੇ ਜਿਹੜਾ 26 ਦਾ ਪ੍ਰੋਗਰਾਮ ਬਹੁਤ ਵਧੀਆ ਹੋਣਾ ਹੈ, ਕਿਉਂਕਿ ਉਹ ਲੋਕ ਟਰੈਕਟਰ ਲੈ ਕੇ ਏਡੀ ਦੂਰ ਨਹੀਂ ਆ ਸਕਦੇ। ਉਹਨਾਂ ਨੇ ਅਸੀਂ ਇਹ ਕਿਹਾ ਵੀ ਤੁਸੀਂ ਰਾਜ ਭਵਨ ਦੇ ਅੱਗੇ ਜਾ ਕੇ ਇਹ ਧਰਨਾ ਲਾਉਣਾ, ਸਾਰਾ ਕੁਝ ਕਰਨਾ ਹੈ। ਮਤਲਬ ਇਸ ਕਰਕੇ ਅੰਦੋਲਨ ਜਿੰਨਾ ਦੇਸ਼ ਦੇ ਵਿੱਚ ਫੈਲੂਗਾ ਉਨਾ ਹੀ ਸਰਕਾਰ ਪ੍ਰੈਸ਼ਰ ਅਧੀਨ ਹੋਊ। ਸੋ ਇਹ ਸਾਂਝੇ ਕਿਸਾਨ ਆਗੂ ਬਲਦੇਵ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਸਿਰਫ ਇਹ ਦੇਸ਼ ਦੇ ਵਿੱਚ ਹੀ ਅਸੀਂ ਦਿੱਲੀ ਦੇ ਵਿੱਚ ਪ੍ਰਦਰਸ਼ਨ ਨਹੀਂ ਉਹ ਕਰਨਾ ਸੀ, ਸੂਬੇ ਦੇ ਵਿੱਚ ਜਿਹੜੇ ਸੂਬੇ ਨੇ ਉੱਥੇ ਅਸੀਂ ਇਸ ਜਿਹੜੇ ਅੰਦੋਲਨ ਨੂੰ ਲੈ ਕੇ ਜਾਵਾਂਗੇ, ਤੇਜ਼ ਕਰਾਂਗੇ ਤਾਂ ਕਿ ਜਿਹੜੇ ਕਿਸਾਨਾਂ ਨੂੰ ਉਹਨਾਂ ਦੇ ਹੱਕ ਮਿਲਦੇ ਰਹਿਣ। ਤੇ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ 19 ਜਨਵਰੀ ਨੂੰ ਜਿਹੜੀ ਦੁਬਾਰਾ ਕੇਂਦਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਤੇ ਉਸ ਮੀਟਿੰਗ ਦੇ ਵਿੱਚ ਇਹ ਹਿੱਸਾ ਲੈਣਗੇ। ਕੈਮਰਾਮੈਨ ਸ਼ਾਰੀ ਦੇ ਨਾਲ ਕਮਲਦੀਪ ਕੌਰ ਦੀ ਰਿਪੋਰਟ, ਵਿਗਿਆਨ ਭਵਨ, ਨਵੀਂ ਦਿੱਲੀ। ਫ੍ਰੀ ਸੇਵਾ ਕਿਸਮਤ ਬਦਲਦਿਆਂ ਦੇਰ ਨਹੀਂ ਲੱਗਦੀ। ਮੌਲਾਨਾ ਅਨਵਰ ਖਾਨ ਤੁਹਾਡੀ ਕਰਨਗੇ ਹਰ ਸਮੱਸਿਆ ਦਾ ਸਮਾਧਾਨ। ਹਰ ਥਾਂ ਤੋਂ ਧੋਖਾ ਖਾ ਚੁੱਕੇ ਲੋਕ ਇੱਕ ਵਾਰ ਜ਼ਰੂਰ ਸੰਪਰਕ ਕਰਨ ਮੌਲਾਨਾ ਅਨਵਰ ਖਾਨ ਨਾਲ। ਸੰਪਰਕ ਕਰੋ 73 397 70 686।